सत श्री अकाल दोस्तों, वेलकम टू डोर स्टैप एजुकेशन पॉइंट। होप सो तुसी सारे वधिया होने आ। अज दी क्लास विच सानू संसद दी लोड़ क्यों है इस पार्ट नू डिस्कस करन जा रहे हैं। 8th क्लास दी NCERT पोलिटिकल साइंस दा 3rd लैसन है जिन्हों आपां पंजाबी विच डिस्कस करन जा रहे हैं। ਇਹ ਪਾਠ ਤੁਹਾਡੇ PS ਟੈਟ CTET एग्जाम ਲਈ ਕਾਫੀ ਇੰਪੋਰਟੈਂਟ ਹੈ। ਜਦੋਂ ਤੁਸੀਂ PS ਟੈਟ ਦਾ ਸਿਲੇਬਸ ਕੱਢਦੇ ਹੋ ਉਹਦੇ ਵਿੱਚ ਲਿਖਿਆ ਵੀ ਹੋਇਆ पार्लीमेंटरी गवर्नमेंट। सो अज का अपना टॉपिक तुहाडे सिलेबस नाल रिलेटेड हैगा आ। सो इस टॉपिक नूं तुसीं बड़े ही ध्यान नाल सुनना है तां जो तुहाडी अंडरस्टैंडिंग डेवलप हो सके। अंडरस्टैंडिंग वधन दे नाल तुहाडे जिहड़े नंबर ने जी वो भी वधणगे। सो शुरुआत करते हैं अज दी अपनी क्लास दी शुरुआत करन तो पहलां चैनल नूं सबसक्राइब जरूर कर लिओ एंड इस तरह दीयां वीडियोज़ नूं प्राप्त करते रहण लई बैल आइकन भी प्रेस कर दिओ। गल करते हैं सानू संसद की लोड़ क्यों है। संसद नूं तुसीं पार्लीमेंट कहने हो। पार्लीमेंट तुहानूं पता आ किसी भी लोकतंत्र दे विच बहुत ज़्यादा जरूरी चीज़ हुंदी है। पार्लीमेंट दे विच ही तुहाडे जिहड़े लॉ ने जिहड़े नियम ने वो बनते हैं। डिबेट हुंदी है जी, डिस्कशन हुंदी है, उत्थे बिल जिहड़े हुंदे ने जी वो पास हुंदे ने एंड उत्थे जिन्ने भी तुहाडे MP हो गए ये सारे जिहड़े फैसले हैगे आ तुहाडे बिहाफ ते इत्थे फैसले लए जांदे आ। ਭਾਰਤ ਵਿੱਚ ਸਾਨੂੰ ਲੋਕਤੰਤਰ ਹੋਣ ਤੇ ਮਾਣ ਹੈ। ਵੈਸੇ ਮਾਣ ਹੋਣਾ ਵੀ ਚਾਹੀਦਾ। ਕਿਉਂ ਮਾਣ ਹੋਣਾ ਚਾਹੀਦਾ? ਕਿਉਂਕਿ ਅਸੀਂ ਆਪਣੀ ਸਰਕਾਰ ਨੂੰ ਖੁਦ ਚੁਣ ਸਕਦੇ ਹਾਂ ਐਂਡ ਉਹਨਾਂ ਨੂੰ ਚੇਂਜ ਕਰ ਸਕਦੇ ਹਾਂ। ਉਹ ਗੱਲ ਵੱਖਰੀ ਹੈ ਕਿ ਆਪਣੇ ਕਹਿ ਸਕਦੇ ਹਾਂ ਦੇਸ਼ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਮਿਨਿਸਟਰ ਹੁੰਦੇ ਨੇ ਜਿਹੜੇ ਕਿ ਪੈਸੇ ਵੱਧ ਖਾ ਲੈਂਦੇ ਨੇ ਜਾਂ ਫਿਰ ਚੰਗੇ ਤਰੀਕੇ ਨਾਲ ਲੋਕਾਂ ਲਈ ਕੰਮ ਨਹੀਂ ਕਰਦੇ। ਇਹ ਤਾਂ ਚਲੋ ਬਾਅਦ ਦੀਆਂ ਗੱਲਾਂ ਨੇ, ਬਟ ਜੇ ਡਿਕਟੇਟਰ ਆ ਜਾਵੇ ਇਹਨਾਂ ਦੀ ਜਗ੍ਹਾ ਤੇ ਤਾਂ ਉਹ ਆਪਣੇ ਦੇਸ਼ ਦਾ ਕੀ ਕਰੇਗਾ। ਭਾਵ ਇਹ ਕਿ ਜਿਵੇਂ ਤੁਸੀਂ ਕੋਰੀਆ ਦੀ ਗੱਲ ਸੁਣੀ ਹੋਣੀ ਆ, ਨਾਰਥ ਕੋਰੀਆ ਦੀ ਮੈਂ ਗੱਲ ਕਰ ਰਿਹਾ ਕਿ ਉੱਥੇ ਦੇ ਜਿਹੜੇ ਲੋਕ ਨੇ ਕਿਵੇਂ ਜਿਉਂਦੇ ਨੇ। ਉੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਉੱਥੇ ਦੀ ਜਿਹੜੀ ਲਾਈਫ ਸਟਾਈਲ ਹੈਗੀ ਆ, ਕਿਵੇਂ ਲੋਕਾਂ ਦੇ ਇਮੋਸ਼ਨਸ ਨੂੰ ਕੰਟਰੋਲ ਕਰਕੇ ਰੱਖਿਆ ਜਾਂਦਾ। ਬਿਲਕੁਲ ਹੀ ਪਾਬੰਦੀ ਲਗਾ ਦਿੱਤੀ ਗਈ ਹੈ ਕਿਸੇ ਵੀ ਸਟੈਪ ਤੇ ਕਿ ਲੋਕ ਜਿਹੜੇ ਨੇ ਆਪਦੀ ਮਰਜ਼ੀ ਨਾਲ ਕੋਈ ਵੀ ਕੰਮ ਕਰ ਹੀ ਨਹੀਂ ਸਕਦੇ। ਸੋ ਜੇਕਰ ਡਿਕਟੇਟਰ ਆ ਜਾਵੇ ਆਪਣੇ ਦੇਸ਼ ਵਿੱਚ ਤਾਂ ਵੇਖੋ ਕਿੰਨੀ ਜ਼ਿਆਦਾ ਬੁਰੀ ਸਥਿਤੀ ਹੋ ਸਕਦੀ ਹੈ ਆਪਣੇ ਦੇਸ਼ ਦੀ। ਬਟ ਲੋਕਤੰਤਰ ਦੇ ਵਿੱਚ ਆਪਣੇ ਕੋਲ ਇਹ ਆਪਸ਼ਨ ਤਾਂ ਹੈਗੀ ਆ ਨਾ ਕਿ ਆਪਾਂ ਕੀ ਕਰ ਸਕਦੇ ਹਾਂ, ਸਰਕਾਰਾਂ ਨੂੰ ਚੇਂਜ ਕਰ ਸਕਦੇ ਹਾਂ। ਸੋ ਇਹ ਗੱਲ ਇੱਥੇ ਲਿਖੀ ਹੋਈ ਹੈ ਕਿ ਭਾਰਤ ਵਿੱਚ ਸਾਨੂੰ ਲੋਕਤੰਤਰ ਹੋਣ ਤੇ ਪ੍ਰਾਊਡ ਹੈ, ਮਾਣ ਹੈ। ਠੀਕ ਹੈ ਜੀ, ਇਸ ਗੱਲ ਨੂੰ ਆਪਾਂ ਮੰਨ ਲੈਂਦੇ ਹਾਂ। ਦੂਸਰੇ ਨੰਬਰ ਤੇ ਇਹ ਗੱਲ ਕਰ ਰਹੇ ਆ ਕਿ ਜਦੋਂ ਭਾਰਤ ਦੇ ਲੋਕ MPs ਵਗੈਰਾ ਨੂੰ ਚੁਣ ਕੇ ਭੇਜਦੇ ਆ ਤੇ ਉੱਥੇ ਵਾਲੇ ਲੋਕ ਭਾਰਤੀ ਲੋਕਾਂ ਦੇ ਬਿਹਾਫ ਤੇ ਕਿਵੇਂ ਫੈਸਲੇ ਲੈਂਦੇ ਹੈਗੇ ਨੇ, ਇਹ ਗੱਲ ਵੀ ਆਪਾਂ ਸਮਝਾਂਗੇ ਐਂਡ ਇਹਦੇ ਵਿੱਚ ਆਪਾਂ ਵੇਖਾਂਗੇ ਕਿ ਲੋਕਾਂ ਨੂੰ ਫੈਸਲਾ ਕਿਉਂ ਕਰਨਾ ਚਾਹੀਦਾ ਹੈ। ਭਾਰਤ ਜਿਵੇਂ ਕਿ ਅਸੀਂ ਜਾਣਦੇ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ। ਇਹ ਗੱਲ ਬਿਲਕੁਲ ਠੀਕ ਹੈ ਕਿ 15 ਅਗਸਤ 1947 ਵਿੱਚ ਆਪਣੇ ਭਾਰਤ ਨੂੰ ਆਜ਼ਾਦੀ ਮਿਲੀ ਸੀਗੀ। ਇਸ ਤੋਂ ਪਹਿਲਾਂ ਕਹਿ ਸਕਦੇ ਹਾਂ ਕਿ ਲੋਕਾਂ ਨੇ ਬੜਾ ਸੰਘਰਸ਼ ਕੀਤਾ। ਅੰਗਰੇਜ਼ਾਂ ਦਾ ਗੁਲਾਮ ਸੀਗਾ ਜਿਹੜਾ ਆਪਣਾ ਭਾਰਤ ਦੇਸ਼ ਸੀ ਐਂਡ ਅੰਗਰੇਜ਼ ਜਿਹੜੇ ਸੀਗੇ ਬਹੁਤ ਹੀ ਜ਼ਿਆਦਾ ਅਤਿਆਚਾਰ ਕਰਦੇ ਸੀਗੇ ਆਪਣੇ ਦੇਸ਼ ਵਾਸੀਆਂ ਤੇ। ਸੋ ਇਸ ਤੋਂ ਪਹਿਲਾਂ ਇੱਕ ਲੰਮਾ ਅਤੇ ਔਖਾ ਸੰਘਰਸ਼ ਹੈਗਾ ਸੀ ਜਿਸ ਵਿੱਚ ਸਮਾਜ ਦੇ ਕਈ ਵਰਗਾਂ ਨੇ ਭਾਗ ਲਿਆ। ਭਾਵ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਹੀ ਲੋਕ ਇਕੱਠਿਆਂ ਨੇ, ਭਾਵੇਂ ਫੀਮੇਲਸ ਹੋਣ, ਮਹਿਲਾਵਾਂ ਹੋਣ, ਔਰਤਾਂ ਹੋਣ, ਸਾਰਿਆਂ ਨੇ ਇਕੱਠੇ ਰਲ ਕੇ ਭਾਗ ਲਿਆ। ਵੱਖ-ਵੱਖ ਪਿਛੋਕੜਾਂ ਦੇ ਲੋਕ ਸੰਘਰਸ਼ ਵਿੱਚ ਸ਼ਾਮਿਲ ਹੋਏ ਅਤੇ ਉਹ ਆਜ਼ਾਦੀ, ਸਮਾਨਤਾ ਅਤੇ ਫੈਸਲੇ ਲੈਣ ਵਿੱਚ ਭਾਗੀਦਾਰੀ ਦੇ ਵਿਚਾਰਾਂ ਤੋਂ ਪ੍ਰੇਰਿਤ ਹੋਏ ਕਿ ਉਹਨਾਂ ਨੂੰ ਆਜ਼ਾਦੀ ਚਾਹੀਦੀ ਸੀਗੀ, ਸਮਾਨਤਾ ਚਾਹੀਦੀ ਸੀਗੀ। ਇਸ ਤੋਂ ਪਹਿਲਾਂ ਸਮਾਨਤਾ ਨਹੀਂ ਦਿੱਤੀ ਜਾਂਦੀ ਸੀਗੀ। ਅੰਗਰੇਜ਼ ਜਿਹੜੇ ਲੋਕ ਸੀਗੇ ਉਹਨਾਂ ਨੂੰ ਵੱਧ ਅਧਿਕਾਰ ਦਿੱਤੇ ਜਾਂਦੇ ਸੀਗੇ ਜਿਹੜੇ ਕਿ ਆਪਣੇ ਦੇਸ਼ ਵਿੱਚ ਰਹਿੰਦੇ ਸੀਗੇ। ਸਮਾਨਤਾ ਵੇਖਣ ਨੂੰ ਨਹੀਂ ਮਿਲਦੀ ਸੀਗੀ ਐਂਡ ਆਪਾਂ ਕੋਈ ਫੈਸਲਾ ਨਹੀਂ ਲੈ ਸਕਦੇ ਸੀਗੇ। ਬਟ ਇਸ ਸੰਘਰਸ਼ ਦੇ ਵਿੱਚ ਜਿਹੜਾ ਲੋਕਾਂ ਦੁਆਰਾ ਸੰਘਰਸ਼ ਚਲਾਇਆ ਗਿਆ ਉਹਦੇ ਵਿੱਚ ਇਹੀ ਮੰਗਾਂ ਸੀਗੀਆਂ ਕਿ ਆਜ਼ਾਦੀ ਚਾਹੀਦੀ ਆ, ਸਾਨੂੰ ਸਮਾਨਤਾ ਚਾਹੀਦੀ ਆ ਐਂਡ ਆਪਾਂ ਆਪ ਦੇ ਫੈਸਲੇ ਆਪ ਹੀ ਲਵਾਂਗੇ। ਜਦੋਂ ਅੰਗਰੇਜ਼ਾਂ ਨੇ ਆਪਣੇ ਭਾਰਤ ਦੇਸ਼ ਤੇ ਕਬਜ਼ਾ ਕੀਤਾ ਹੋਇਆ ਸੀਗਾ ਤੇ ਉਦੋਂ ਲੋਕ ਕੀ ਕਰਦੇ ਸੀਗੇ, ਇਹਨਾਂ ਅੰਗਰੇਜ਼ਾਂ ਤੋਂ ਬਹੁਤ ਜ਼ਿਆਦਾ ਡਰਦੇ ਹੁੰਦੇ ਸੀਗੇ ਐਂਡ ਇਸ ਟਾਈਮ ਦੇ ਵਿੱਚ ਕਾਫੀ ਸਾਰੇ ਫੈਸਲੇ ਇਹੋ ਜਿਹੇ ਹੁੰਦੇ ਸੀਗੇ ਜਿਨ੍ਹਾਂ ਨਾਲ ਭਾਰਤੀ ਲੋਕ ਸਹਿਮਤੀ ਨਹੀਂ ਸੀਗੇ। ਪਰ ਜੇ ਉਹਨਾਂ ਨੇ ਇਹਨਾਂ ਫੈਸਲਿਆਂ ਦੀ ਆਲੋਚਨਾ ਕੀਤੀ, ਮੰਨ ਲਓ ਅੰਗਰੇਜ਼ਾਂ ਨੇ ਕੋਈ ਫੈਸਲਾ ਲੈ ਲਿਆ ਜਿਹੜਾ ਕਿ ਬਿਲਕੁਲ ਹੀ ਗਲਤ ਹੈ ਤੇ ਜੇਕਰ ਆਪਣੇ ਭਾਰਤੀ ਲੋਕ ਉਹਨਾਂ ਫੈਸਲਿਆਂ ਦੀ ਆਲੋਚਨਾ ਕਰਦੇ ਸੀਗੇ ਤੇ ਉਹਨਾਂ ਨੂੰ ਗੰਭੀਰ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਤੁਹਾਨੂੰ ਪਤਾ ਨਾ ਵੀ 1857 ਦੇ ਵਿਦਰੋਹ ਵਿੱਚ ਕੀ ਹੋਇਆ ਸੀਗਾ।
ਤੇ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਸੀਗੇ ਇਹਨਾਂ ਦੁਆਰਾ ਲਏ ਜਾਂਦੇ ਸੀ, ਕਿਹਨਾਂ ਦੁਆਰਾ? ਅੰਗਰੇਜ਼ਾਂ ਦੁਆਰਾ। ਭਾਵ ਅਤਿਆਚਾਰ, ਐਟਰੋਸਿਟੀਜ਼ ਵਗੈਰਾ ਕੀਤੀਆਂ ਜਾਂਦੀਆਂ ਸੀਗੀਆਂ ਅੰਗਰੇਜ਼ਾਂ ਦੁਆਰਾ ਜੇ ਭਾਰਤੀ ਲੋਕ ਅੰਗਰੇਜ਼ਾਂ ਦੇ ਬਣਾਏ ਕਾਨੂੰਨਾਂ ਦਾ ਵਿਦਰੋਹ ਜਾਂ ਫਿਰ ਨਹੀਂ ਮੰਨਦੇ ਸੀਗੇ। ਆਜ਼ਾਦੀ ਦੀ ਲਹਿਰ ਨੇ ਇਸ ਸਥਿਤੀ ਨੂੰ ਬਦਲ ਦਿੱਤਾ। ਹੁਣ ਕਿਤੇ ਨਾ ਕਿਤੇ ਬੰਦਾ ਜਿਹੜਾ ਹੈਗਾ ਆ ਜਾਂ ਫਿਰ ਜਿਹੜੇ ਵੀ ਲੋਕ ਹੋਣਗੇ ਭਾਰਤੀ, ਉਹਨਾਂ ਨੂੰ ਗੁੱਸਾ ਤਾਂ ਆਊਗਾ ਹੀ ਨਾ ਕਿ ਯਾਰ ਦੇਸ਼ ਆਪਣਾ, ਆਪਣੇ ਦੇਸ਼ ਵਿੱਚ ਜਿਹੜੇ ਅੰਗਰੇਜ਼ ਨੇ ਸਾਡੇ ਤੇ ਹੁਕਮ ਚਲਾ ਰਹੇ ਆ, ਤੇ ਗੁੱਸਾ ਬਹੁਤ ਆਉਂਦਾ ਸੀਗਾ। ਤੇ ਇਹਦੇ ਨਾਲ ਕੀ ਹੋਇਆ, ਜਿਹੜੇ ਰਾਸ਼ਟਰਵਾਦੀ ਹੁੰਦੇ ਨੇ, ਨੈਸ਼ਨਲਿਸਟ ਲੋਕ ਹੁੰਦੇ ਹੈਗੇ ਆ, ਉਹਨਾਂ ਦਾ ਕਹਿ ਲਓ ਕਿ ਉਹਨਾਂ ਦਾ ਜਨਮ ਹੁੰਦਾ। ਭਾਵ ਇਹ ਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਦੋਂ ਗੁੱਸਾ ਆਊਗਾ, ਲੋਕ ਗੁੱਸਾ ਹੋਣਗੇ, ਤੇ ਉਹਨਾਂ ਦੇ ਵਿੱਚ ਜਿਹੜੇ ਰਾਸ਼ਟਰਵਾਦੀ ਲੋਕ ਹੋਣਗੇ ਉਹਨਾਂ ਨੇ ਤਾਂ ਆਉਣਾ ਹੀ ਆ ਨਾ। ਉਹਨਾਂ ਦੇ ਅੰਦਰ ਦਾ ਜਿਹੜਾ ਰਾਸ਼ਟਰਵਾਦ ਹੈਗਾ ਆ ਕਿ ਬਈ ਅਸੀਂ ਤਾਂ ਦੇਸ਼ ਲਈ ਲੜਾਈ ਕਰਨੀ ਹੈ। ਸੋ ਰਾਸ਼ਟਰਵਾਦੀਆਂ ਨੇ ਬ੍ਰਿਟਿਸ਼ ਸਰਕਾਰ ਦੀ ਖੁੱਲ੍ਹ ਕੇ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਕਿ ਬਈ ਤੁਸੀਂ ਬਹੁਤ ਜ਼ਿਆਦਾ ਗਲਤ ਕਰ ਰਹੇ ਹੋ, ਆਪਦੇ ਜਿਹੜੇ ਕਾਨੂੰਨ ਵਗੈਰਾ ਲੈ ਕੇ ਆਏ ਹੋ ਤੁਸੀਂ ਇਹਨੂੰ ਵਾਪਸ ਲੈ ਕੇ ਜਾਓ, ਐਂਡ ਮੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋ 1885 ਤੱਕ ਇੰਡੀਅਨ ਨੈਸ਼ਨਲ ਕਾਂਗਰਸ ਨੇ ਮੰਗ ਕੀਤੀ ਸੀਗੀ ਕਿ ਵਿਧਾਨ ਸਭਾ ਦੇ ਵਿੱਚ ਚੁਣੇ ਗਏ ਮੈਂਬਰ ਹੋਣ, ਕਿ ਆਪਣੀਆਂ ਮੰਗਾਂ ਲਈ ਵੀ ਕੀ ਹੋਣੇ ਚਾਹੀਦੇ ਹੈਗੇ ਆ, ਚੁਣੇ ਹੋਏ ਮੈਂਬਰ ਹੋਣੇ ਚਾਹੀਦੇ ਆ। ਕਿੱਥੇ ਹੋਣੇ ਚਾਹੀਦੇ ਆ? ਵਿਧਾਨ ਸਭਾ ਦੇ ਵਿੱਚ। ਅਤੇ ਬਜਟ ਤੇ ਚਰਚਾ ਕਰਨ ਅਤੇ ਸਵਾਲ ਪੁੱਛਣ ਦਾ ਅਧਿਕਾਰ ਹੋਵੇ, ਕਿ ਅਸੀਂ ਵੀ ਪੁੱਛ ਸਕੀਏ ਕਿ ਕਿੱਥੇ ਕਿੱਥੇ ਪੈਸੇ ਖਰਚੇ ਜਾ ਰਹੇ ਆ, ਜਿਹੜੀਆਂ ਵੀ ਨੀਤੀਆਂ ਬਣਦੀਆਂ ਨੇ ਉਹਦੇ ਵਿੱਚ ਭਾਰਤੀ ਲੋਕਾਂ ਦੀ ਪਾਰਟਿਸਿਪੇਸ਼ਨ ਵੀ ਚਾਹੀਦੀ ਹੈ। ਭਾਰਤ ਸਰਕਾਰ ਦਾ ਐਕਟ 1909 ਕੁਝ ਚੁਣੇ ਹੋਏ ਪ੍ਰਤੀਨਿਧੀਆਂ ਦੀ ਇਜਾਜ਼ਤ ਦਿੰਦਾ ਹੈ। ਭਾਵ ਇਹ ਕਿ ਇਸ ਐਕਟ ਦੇ ਅਕੋਰਡਿੰਗ ਜਿਹੜੇ ਕੁਝ ਰਿਪਰੈਜ਼ੈਂਟੇਟਿਵ ਹੋਣਗੇ ਉਹ ਉਹਨਾਂ ਨੂੰ ਕਹਿ ਸਕਦੇ ਆ ਕਿ ਇਜਾਜ਼ਤ ਦਿੰਦਾ ਆ, ਜਿਹੜੇ ਪ੍ਰਤੀਨਿਧੀ ਹੋਣਗੇ ਉੱਥੇ ਬੈਠ ਸਕਦੇ ਆ, ਕੁਐਸਚਨ ਵਗੈਰਾ ਪੁੱਛ ਸਕਦੇ ਆ, ਆਪਦੀ ਜਿਹੜੀ ਵੀ ਸਹਿਮਤੀ ਨਾ ਸਹਿਮਤੀ ਵਿਖਾ ਸਕਦੇ ਆ। ਜਦੋਂ ਕਿ ਇਹ ਸਾਰੇ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਕਿਉਂ ਕੀਤੀਆਂ ਗਈਆਂ ਸੀਗੀਆਂ? ਕਿਉਂਕਿ ਇਹਨਾਂ ਨੂੰ ਸੈਟਿਸਫਾਈ ਕਰਨਾ ਸੀਗਾ ਭਾਰਤੀ ਲੋਕਾਂ ਨੂੰ, ਮਤਲਬ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕੁਝ ਰਿਪਰੈਜ਼ੈਂਟੇਟਿਵ ਨੂੰ ਇਜਾਜ਼ਤ ਦੇ ਕੇ। ਸੋ ਬ੍ਰਿਟਿਸ਼ ਸਰਕਾਰ ਦੇ ਅਧੀਨ ਇਹ ਸ਼ੁਰੂਆਤੀ ਵਿਧਾਨ ਸਭਾਵਾਂ ਰਾਸ਼ਟਰਵਾਦੀਆਂ ਦੀਆਂ ਰਾਸ਼ਟਰਵਾਦੀ ਜਿਹੜੇ ਲੋਕ ਸੀਗੇ, ਨੈਸ਼ਨਲਿਸਟ ਲੋਕ ਸੀਗੇ, ਉਹਨਾਂ ਦੀਆਂ ਵਧੀਆਂ ਮੰਗਾਂ ਦੇ ਜਵਾਬ ਵਿੱਚ ਸਨ। ਉਹਨਾਂ ਨੇ ਸਾਰੇ ਬਾਲਗਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਸੀਗੀ। ਤੁਸੀਂ ਆਪ ਸੋਚੋ ਕਿ ਹੁਣ ਦੇ ਟਾਈਮ ਦੇ ਵਿੱਚ 18 ਸਾਲ ਤੋਂ ਵੱਧ ਜਿੰਨੇ ਵੀ ਲੋਕ ਨੇ ਉਹ ਸਰਕਾਰ ਚੁਣ ਸਕਦੇ ਆ, ਬਟ ਪਹਿਲਾਂ ਵਾਲੇ ਟਾਈਮ ਦੇ ਵਿੱਚ, ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਇਹਨਾਂ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ, ਤੇ ਇਹ ਜਿਹੜੇ ਲੋਕ ਫੈਸਲੇ ਲੈਣ ਵਿੱਚ ਹਿੱਸਾ ਲੈ ਵੀ ਨਹੀਂ ਸਕਦੇ ਸੀਗੇ, ਕਿਉਂਕਿ ਜਦੋਂ ਵੋਟ ਪਾਉਣ ਦਾ ਅਧਿਕਾਰ ਤੁਹਾਨੂੰ ਹੈ ਹੀ ਨਹੀਂ, ਤੁਸੀਂ ਸਰਕਾਰ ਕਿਵੇਂ ਚੁਣੋਗੇ? ਸੋ ਵੇਖ ਸਕਦੇ ਹਾਂ ਕਿ ਉਸ ਟਾਈਮ ਦੇ ਵਿੱਚ ਇਜਾਜ਼ਤ ਨਹੀਂ ਸੀਗੀ, ਜਿਹਦੇ ਕਰਕੇ ਆਪਾਂ ਲੋਕ ਫੈਸਲੇ ਲੈਣ ਵਿੱਚ ਹਿੱਸਾ ਨਹੀਂ ਲੈ ਸਕਦੇ ਸੀ। ਐਂਡ ਇੱਥੇ ਯੂਨੀਵਰਸਲ ਅਡਲਟ ਫਰੈਂਚਾਈਜ਼ ਦੀ ਗੱਲ ਕੀਤੀ ਗਈ ਹੈ। ਯੂਨੀਵਰਸਲ ਅਡਲਟ ਫਰੈਂਚਾਈਜ਼ੀ ਦੇ ਅਕੋਰਡਿੰਗ ਕਿ ਜਿੰਨੇ ਵੀ ਅਡਲਟ ਹੋਣਗੇ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਊਗਾ। ਐਗਜ਼ਾਮ ਦੇ ਵਿੱਚ ਤੁਹਾਡੇ ਤੋਂ ਸਿੱਧਾ ਪੁੱਛਿਆ ਜਾ ਸਕਦਾ ਹੈ ਕਿ ਯੂਨੀਵਰਸਲ ਅਡਲਟ ਫਰੈਂਚਾਈਜ਼ੀ ਹੈ ਕੀ? ਲਿਖਿਆ ਹੋਇਆ ਨਾ ਵਿਸ਼ਵ ਵਿਆਪੀ ਬਾਲਗ ਫਰੈਂਚਾਈਜ਼ੀ। ਯੂਨੀਵਰਸਲ ਅਡਲਟ ਫਰੈਂਚਾਈਜ਼ੀ ਕੀ ਹੈਗੀ ਹੈ ਜੀ? ਕਿ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਊਗਾ ਜਿਹੜੇ ਕਿ 18 ਸਾਲ ਤੋਂ ਵੱਧ ਹੋਣਗੇ, ਅਡਲਟ ਜਿਹੜੇ ਵੀ ਹੋਣਗੇ। ਐਂਡ ਇਸ ਤੋਂ ਬਾਅਦ ਈਵੀਐਮ ਬਾਰੇ ਬਹੁਤ ਹੀ ਇੰਪੋਰਟੈਂਟ ਗੱਲ ਦੱਸੀ ਜਾ ਰਹੀ ਹੈ। ਐਂਡ ਇਹ ਕੁਐਸਚਨ ਤੁਹਾਡੇ ਪੀਐਸ ਟੈਟ ਦੇ ਵਿੱਚ ਵੀ ਆਇਆ ਸੀਗਾ ਇੱਕ ਵਾਰ, 2 ਸਾਲ ਪਹਿਲਾਂ ਇਹ ਜਿਹੜਾ ਪ੍ਰਸ਼ਨ ਹੈਗਾ ਸੀ ਇਹ ਆਇਆ ਸੀ। ਚੰਗੇ ਤਰੀਕੇ ਨਾਲ ਸੁਣ ਲਓ। ਉਪਰੋਕਤ ਫੋਟੋ ਵਿੱਚ ਇੱਕ ਵੋਟਰ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ, ਜਿਹਨੇ ਤੁਸੀਂ ਈਵੀਐਮ ਕਹਿੰਦੇ ਹੋ, ਈਵੀਐਮ ਦੀ ਫੁੱਲ ਫਾਰਮ ਵੇਖ ਲਓ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਕਰਨ ਬਾਰੇ ਹਦਾਇਤਾਂ ਪੜ੍ਹਦੀ ਦਿਖਾਉਂਦੀ ਹੈ। 2004 ਦੀਆਂ ਆਮ ਚੋਣਾਂ ਵਿੱਚ, ਜਨਰਲ ਇਲੈਕਸ਼ਨ ਦੇ ਵਿੱਚ, ਆਮ ਚੋਣਾਂ ਦੇ ਵਿੱਚ ਸਭ ਤੋਂ ਪਹਿਲੀ ਵਾਰ, ਕਦੋਂ? 2004 ਦੇ ਵਿੱਚ ਆਮ ਚੋਣਾਂ ਵਿੱਚ ਪਹਿਲੀ ਵਾਰ ਦੇਸ਼ ਭਰ ਵਿੱਚ ਈਵੀਐਮ ਦੀ ਵਰਤੋਂ ਕੀਤੀ ਗਈ ਸੀਗੀ। 2004 ਵਿੱਚ ਈਵੀਐਮ ਦੀ ਵਰਤੋਂ ਨੇ ਲਗਭਗ 1.5 ਲੱਖ ਦਰਖਤਾਂ ਦੀ ਬਚਤ ਕੀਤੀ ਸੀ। ਕਿੰਨੇ ਦਰਖਤਾਂ ਦੀ? 1.5 ਲੱਖ ਦਰਖਤਾਂ ਦੀ ਬਚਤ ਕੀਤੀ, ਜੋ ਬੈਲਟ ਪੇਪਰਾਂ ਦੀ ਛਪਾਈ ਲਈ ਲਗਭਗ 8000 ਟਨ ਕਾਗਜ਼ ਪੈਦਾ ਕਰਨ ਲਈ ਕੱਟੇ ਜਾਣੇ ਸਨ। ਭਾਵ ਇਹ ਕਿ ਜਦੋਂ ਆਪਾਂ ਬੈਲਟ ਪੇਪਰਾਂ ਨਾਲ ਆਪਾਂ ਕੀ ਕਰਦੇ ਹਾਂ, ਵੋਟਿੰਗ ਕਰਦੇ ਹਾਂ, ਉਹਦੇ ਲਈ ਬਹੁਤ ਸਾਰੇ ਕਾਗਜ਼ਾਂ ਦੀ ਲੋੜ ਪੈਂਦੀ ਹੈ। ਬਟ ਜਦੋਂ ਆਪਾਂ ਈਵੀਐਮ ਮਸ਼ੀਨਾਂ ਦੀ ਵਰਤੋਂ ਕਰਕੇ ਵੋਟਿੰਗ ਕਰਾਂਗੇ, ਜਿਹਦੇ ਨਾਲ ਹੋਊਗਾ ਕਿ ਇਹਦੇ ਨਾਲ ਕਹਿ ਸਕਦੇ ਹਾਂ ਕਿ ਕਾਗਜ਼ਾਂ ਦੀ ਲੋੜ ਨਹੀਂ ਪੈਣੀ ਐਨੀ, ਐਂਡ ਜਿਹਦੇ ਨਾਲ ਆਪਾਂ ਕਾਗਜ਼ ਨੂੰ ਬਚਾ ਸਕਦੇ ਹਾਂ। ਸੋ 2004 ਦੇ ਵਿੱਚ ਈਵੀਐਮ ਦੀ ਵਰਤੋਂ ਕਰਕੇ ਪਹਿਲੀ ਵਾਰ ਵੋਟਿੰਗ ਕੀਤੀ ਗਈ। 1.5 ਲੱਖ ਦਰਖਤਾਂ ਨੂੰ ਵੱਢਣ ਤੋਂ ਬਚਾਇਆ ਗਿਆ। 8000 ਟਨ ਕਾਗਜ਼ ਪੈਦਾ ਕਰਨ ਲਈ ਕੱਟੇ ਜਾਣੇ ਸੀਗੇ, ਮਤਲਬ ਕਿ ਇੰਨਾ ਕਾਗਜ਼ ਬਚਾਇਆ ਗਿਆ। ਲੋਕ ਅਤੇ ਉਹਨਾਂ ਦੇ ਨੁਮਾਇੰਦੇ, ਪੀਪਲ ਐਂਡ देयर ਰਿਪਰੈਜ਼ੈਂਟੇਟਿਵਸ, ਲੋਕਤੰਤਰ ਲਈ
ਟੇਕ ਆਫ ਪੁਆਇੰਟ ਸਹਿਮਤੀ ਦਾ ਵਿਚਾਰ ਹੈ, ਭਾਵ ਲੋਕਾਂ ਦੀ ਇੱਛਾ, ਪ੍ਰਵਾਨਗੀ ਅਤੇ ਭਾਗੀਦਾਰੀ। ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਨੇ ਉਹ ਸਰਕਾਰ ਚਲਾਉਂਦੇ ਆ। ਕਿਵੇਂ ਚਲਾਉਂਦੇ ਆ? ਲੋਕ ਵੋਟਾਂ ਪਾਉਂਦੇ ਆ, ਆਪਦੇ ਰਿਪਰੈਜ਼ੈਂਟੇਟਿਵ ਨੂੰ, ਆਪਦੇ ਨੁਮਾਇੰਦਿਆਂ ਨੂੰ ਚੁਣਦੇ ਆ, ਐਂਡ ਇਹ ਨੁਮਾਇੰਦੇ ਬਾਅਦ ਵਿੱਚ ਪਾਰਲੀਮੈਂਟ ਵਿੱਚ ਜਾ ਕੇ ਇਹਨਾਂ ਦੇ ਬਿਹਾਫ ਤੇ ਫੈਸਲੇ ਲੈਂਦੇ ਆ। ਜਿਵੇਂ ਇੱਥੇ ਗੱਲ ਕੀਤੀ ਗਈ ਹੈ, ਵਿਅਕਤੀ ਸਰਕਾਰ ਨੂੰ ਮਨਜ਼ੂਰੀ ਕਿਵੇਂ ਦਿੰਦਾ ਹੈ ਕਿ ਅਸੀਂ ਤਾਂ ਆਮ ਲੋਕ ਹੈਗੇ ਆ, ਅਸੀਂ ਸਰਕਾਰ ਨੂੰ ਮਨਜ਼ੂਰੀ ਕਿਵੇਂ ਦੇ ਸਕਦੇ ਹਾਂ ਇਲੈਕਸ਼ਨਾਂ ਦੇ ਟਾਈਮ ਤੇ। ਜਿਵੇਂ ਮੰਨ ਲਓ 5 ਸਾਲ ਸਰਕਾਰ ਨੇ ਕੰਮ ਕਰਿਆ, 5 ਸਾਲ ਬਾਅਦ ਆਉਣਾ ਉਹਨਾਂ ਨੇ ਕਿਹਦੇ ਕੋਲ ਹੈ? ਆਪਣੇ ਕੋਲ ਆਉਣਾ ਆ। ਜੇਕਰ ਉਹ ਸਾਡੇ ਦੁਆਰਾ ਮਤਲਬ ਜੋ ਕੁਝ ਆਪਾਂ ਸੋਚ ਰਹੇ ਹਾਂ ਸਾਡੇ ਹਿੱਤ ਵਿੱਚ ਜੇਕਰ ਸਰਕਾਰਾਂ ਫੈਸਲੇ ਨਾ ਲੈਣਗੀਆਂ, ਫਿਰ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆਉਣਗੇ ਜਿਹੜੇ ਵੀ ਇਹਨਾਂ ਦੇ ਕਹਿ ਸਕਦੇ ਆ ਇਲੈਕਸ਼ਨਾਂ ਵਿੱਚ ਜਿਨ੍ਹਾਂ ਨੇ ਖੜੇ ਹੋਣਾ ਆ, ਸਰਕਾਰ ਬਣਾਉਣੀ ਆ। ਸੋ ਕਿਤੇ ਨਾ ਕਿਤੇ ਵਿਅਕਤੀ ਜਿਹੜਾ ਹੈਗਾ ਆ ਸਰਕਾਰ ਨੂੰ ਮਨਜ਼ੂਰੀ ਦਿੰਦਾ ਆ। ਐਂਡ ਸੰਸਦ ਜਿਹੜੀ ਹੁੰਦੀ ਹੈ ਜੋ ਕਿ ਸਾਰੇ ਨੁਮਾਇੰਦਿਆਂ ਨਾਲ ਬਣੀ ਹੋਈ ਆ, ਜਿਹੜੇ ਰਿਪਰੈਜ਼ੈਂਟੇਟਿਵ ਨੂੰ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਪਾਂ ਚੁਣ ਕੇ ਭੇਜਦੇ ਆ, ਇਹ ਬਾਅਦ ਵਿੱਚ ਜਦੋਂ ਜਾਂਦੇ ਆ ਕਹਿ ਸਕਦੇ ਆ ਪਾਰਲੀਮੈਂਟ ਦੇ ਵਿੱਚ, ਸੰਸਦ ਦੇ ਵਿੱਚ, ਫਿਰ ਹੀ ਸਰਕਾਰ ਬਣਦੀ ਹੈ ਨਾ। ਮਤਲਬ ਜੇਕਰ ਕਿਸੇ ਪਾਰਟੀ ਨੂੰ ਮੈਜੋਰਟੀ ਮਿਲੀ ਹੋਈ ਹੈ ਐਂਡ ਆਪਾਂ ਉਹਨਾਂ ਨੂੰ ਵੋਟਾਂ ਪਾਈਆਂ ਹੋਈਆਂ ਨੇ ਤੇ ਉਹੀ ਲੋਕ ਸਰਕਾਰ ਬਣਾਉਣਗੇ। ਇਨ ਸਿੰਪਲ ਵਰਡਸ ਕਿ ਲੋਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਸਰਕਾਰ ਬਣਾਉਂਦੇ ਹਨ ਅਤੇ ਇਸ ਤੇ ਕੰਟਰੋਲ ਵੀ ਕਰਦੇ ਹਨ। ਕੰਟਰੋਲ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਆਪਾਂ ਸਰਕਾਰ ਤੇ ਕਿਵੇਂ ਕੰਟਰੋਲ ਕਰ ਸਕਦੇ ਹਾਂ, ਵੋਟਿੰਗ ਦੇ ਨਾਲ। ਜੇਕਰ ਆਪਾਂ ਇਹਨਾਂ ਨੂੰ ਵੋਟ ਨਾ ਪਾਈਏ, ਕਿਸੇ ਹੋਰ ਨੂੰ ਵੋਟ ਪਾਤੀ, ਨੋਟਾਂ ਨੂੰ ਵੋਟ ਪਾਤੀ, ਕਿਸੇ ਨੂੰ ਵੀ ਵੋਟ ਪਾ ਦਿੱਤੀ, ਬਟ ਉਸ ਪਾਰਟੀ ਨੂੰ ਵੋਟ ਨਾ ਪਾਈ ਜਿਹੜੇ ਕਿ ਕੰਮ ਨਹੀਂ ਕਰ ਰਹੇ, ਸੋ ਕਿਤੇ ਨਾ ਕਿਤੇ ਆਪਾਂ ਸਰਕਾਰਾਂ ਨੂੰ ਕੰਟਰੋਲ ਵੀ ਤਾਂ ਕਰ ਰਹੇ ਆ ਨਾ। ਸਰਕਾਰ ਸਾਡੇ ਬਿਲਕੁਲ ਹੀ ਖਿਲਾਫ ਫੈਸਲੇ ਨਹੀਂ ਲੈ ਸਕਦੇ। ਉਹਨਾਂ ਨੂੰ ਪਤਾ ਆ ਜੇਕਰ ਆਪਾਂ ਆਮ ਲੋਕਾਂ ਦੇ ਫੈਸਲਿਆਂ ਮਤਲਬ ਕਿ ਸੋਚ ਦੇ ਖਿਲਾਫ ਫੈਸਲੇ ਲਵਾਂਗੇ ਤੇ ਕੱਲ ਨੂੰ ਅਸੀਂ ਵੋਟ ਮੰਗਣ ਨਹੀਂ ਜਾ ਸਕਦੇ ਐਂਡ ਇਹਨਾਂ ਲੋਕਾਂ ਨੇ ਸਾਨੂੰ ਵੋਟ ਵੀ ਨਹੀਂ ਪਾਉਣੀ। ਐਂਡ ਅਗਲੀ ਫੋਟੋ ਵਿੱਚ ਤੁਸੀਂ ਵੇਖ ਰਹੇ ਹੋ ਹਾਥੀ ਦੇ ਉੱਤੇ ਕੁਝ ਅਧਿਕਾਰੀ ਜਾ ਰਹੇ ਆ। ਕੀ ਲੈ ਕੇ ਜਾ ਰਹੇ ਆ? ਈਵੀਐਮ ਮਸ਼ੀਨਾਂ ਲੈ ਕੇ ਜਾ ਰਹੇ ਆ। ਕੀ ਲਿਖਿਆ ਹੋਇਆ ਇਸ ਫੋਟੋ ਵਿੱਚ? ਚੋਣ ਅਮਲਾ ਇੱਕ ਹਾਥੀ ਦੀ ਵਰਤੋਂ ਕਰਕੇ ਪੋਲਿੰਗ ਸਮੱਗਰੀ ਅਤੇ ਈਵੀਐਮਸ ਨੂੰ ਔਖੇ ਇਲਾਕਿਆਂ ਵਿੱਚ ਸਥਿਤ ਪੋਲਿੰਗ ਸਟੇਸ਼ਨਾਂ ਤੱਕ ਲਿਜਾ ਰਿਹਾ ਸੀਗਾ। ਵੈਸੇ ਜਦੋਂ ਪੰਜਾਬ ਦੀਆਂ ਇਲੈਕਸ਼ਨਾਂ ਹੋਈਆਂ ਸੀਗੀਆਂ, ਮੇਰੀ ਵੀ ਡਿਊਟੀ ਲੱਗੀ ਸੀਗੀ ਪੀਆਰਓ ਦੀ, ਤੇ ਮੈਨੂੰ ਉਹ ਟਾਈਮ ਯਾਦ ਆ ਗਿਆ ਕਿ ਪਹਿਲੀ ਵਾਰ ਮੈਂ ਡਿਊਟੀ ਦਿੱਤੀ ਸੀਗੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ। ਮੈਂ ਨਵਾਂ ਆਇਆ ਸੀਗਾ ਤੇ ਉੱਥੇ ਮੈਨੂੰ ਕਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀਗਾ, ਕਿਉਂਕਿ ਪੇਪਰ ਵਰਕ ਇਸ ਤੋਂ ਪਹਿਲਾਂ ਮੈਂ ਕਦੇ ਕਰਿਆ ਨਹੀਂ ਸੀ ਤੇ ਅਚਾਨਕ ਹੀ ਇੰਨਾ ਜ਼ਿਆਦਾ ਪੇਪਰ ਵਰਕ ਕਰਨਾ ਪੈ ਗਿਆ ਸੀਗਾ। ਬਟ ਫਿਰ ਵੀ ਨਵਾਂ ਜਿਹੜਾ ਐਕਸਪੀਰੀਅੰਸ ਹੈਗਾ ਸੀ ਮੈਨੂੰ ਉਦੋਂ ਵੇਖਣ ਨੂੰ ਮਿਲਿਆ ਸੀਗਾ, ਐਕਸਪੀਰੀਅੰਸ ਕਰਨ ਨੂੰ ਮਿਲਿਆ ਸੀਗਾ। ਹੁਣ ਤੁਹਾਡੇ ਸਾਹਮਣੇ ਮੈਂ ਸੰਸਦ ਦੀ ਫੋਟੋ ਵਿਖਾ ਰਿਹਾ, ਬਟ ਇਹ ਪੁਰਾਣੀ ਸੰਸਦ ਹੈਗੀ ਆ। ਅੱਜ ਦੇ ਟਾਈਮ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਸੰਸਦ ਹੈਗੀ ਆ ਉਹ ਚੇਂਜ ਹੋ ਚੁੱਕੀ ਹੈ, ਨਵੀਂ ਸੰਸਦ ਬਣਾਈ ਜਾ ਚੁੱਕੀ ਹੈ। ਸੋ ਕਿਉਂਕਿ ਇਹ ਬੁੱਕ ਪੁਰਾਣੀ ਹੈਗੀ ਆ ਐਂਡ 2019-20 ਸੈਸ਼ਨ ਵਾਲੀ ਹੈਗੀ ਆ। ਈਵਨ ਜਿਹੜੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ NCERT ਦੀਆਂ ਬੁੱਕਸ ਨੇ, ਈਵਨ 2022-23-24 ਵਾਲੇ ਸੈਸ਼ਨ ਦੇ ਵਿੱਚ ਵੀ ਤੁਹਾਨੂੰ ਸੇਮ ਫੋਟੋਜ਼ ਵੇਖਣ ਨੂੰ ਮਿਲਣਗੀਆਂ। ਜਦ ਸਮਝਣ ਲਈ ਤੁਸੀਂ ਸਮਝ ਲਓ, ਮੈਂ ਵਿਖਾ ਰਿਹਾ ਤੁਹਾਨੂੰ ਕਿ ਭਾਰਤ ਦੀ ਜਿਹੜੀ ਸੰਸਦ ਹੈਗੀ ਹੈ, ਜਿਹਦੇ ਵਿੱਚ ਕਾਨੂੰਨ ਬਣਾਉਣ ਵਾਲੀ ਸਰਵੋੱਚ ਸੰਸਥਾ ਜਿਹਨੂੰ ਤੁਸੀਂ ਕਹਿੰਦੇ ਹੋ, ਇਹਦੇ 2 ਸਦਨ ਹੁੰਦੇ ਆ। ਸੰਸਦ ਦੇ ਪਾਰਲੀਮੈਂਟ ਜਿਹਨੂੰ ਤੁਸੀਂ ਕਹਿੰਦੇ ਹੋ, ਇਹਦੇ 2 ਸਦਨ ਹੁੰਦੇ ਆ, ਹਾਊਸਿਸ ਜਿਹਨੂੰ ਕਹਿ ਸਕਦੇ ਹੋ। ਇੱਕ ਤਾਂ ਹੁੰਦੀ ਹੈ ਜੀ ਰਾਜ ਸਭਾ। ਕੀ ਹੁੰਦੀ ਹੈ ਜੀ? ਇੱਕ ਨੂੰ ਤੁਸੀਂ ਕਹਿੰਦੇ ਹੋ ਰਾਜ ਸਭਾ, ਦੂਜੀ ਹੁੰਦੀ ਹੈ ਲੋਕ ਸਭਾ। ਇੱਕ ਨੂੰ ਕਹਿੰਦੇ ਹੋ ਤੁਸੀਂ ਰਾਜ ਸਭਾ, ਦੂਸਰੇ ਨੂੰ ਕਹਿੰਦੇ ਹੋ ਤੁਸੀਂ ਲੋਕ ਸਭਾ। ਰਾਜ ਸਭਾ, ਰਾਜਾਂ ਦੀ ਕੌਂਸਲ ਜਿਹਨੂੰ ਤੁਸੀਂ ਕਹਿੰਦੇ ਹੋ, ਇਹਦੇ ਵਿੱਚ ਕੁੱਲ ਕਿੰਨੇ ਮੈਂਬਰ ਹੁੰਦੇ ਆ ਜੀ? ਕੁੱਲ ਇਹਦੇ ਵਿੱਚ 245 ਮੈਂਬਰਾਂ ਦੀ ਗਿਣਤੀ ਵਾਲੀ ਭਾਰਤ ਦੇ ਉਪ ਰਾਸ਼ਟਰਪਤੀ ਦੁਆਰਾ ਪ੍ਰਧਾਨਗੀ ਕੀਤੀ ਜਾਂਦੀ ਹੈ। ਯਾਦ ਰੱਖਿਓ, ਉਪ ਰਾਸ਼ਟਰਪਤੀ ਜਿਹੜੇ ਹੁੰਦੇ ਆ ਭਾਰਤ ਦੇ, ਇਹਦੇ ਵਿੱਚ ਇਹਨਾਂ ਦੁਆਰਾ ਪ੍ਰਧਾਨਗੀ ਕੀਤੀ ਜਾਂਦੀ ਹੈ। ਤੇ ਭਾਰਤ ਦੇ ਅੱਜ ਦੇ ਟਾਈਮ ਵਿੱਚ ਉਪ ਰਾਸ਼ਟਰਪਤੀ ਕੌਣ ਹੈਗੇ ਨੇ, ਇਹਦੇ ਬਾਰੇ ਵੀ ਦੱਸ ਦਿਓ। ਸ਼੍ਰੀ ਜਗਦੀਪ ਧਨਖੜ ਨਾਮ ਦੇ ਜਿਹੜੇ ਵਿਅਕਤੀ ਨੇ ਜੀ, ਉਹ ਕੌਣ ਹੈਗੇ ਆ? ਉਹ ਹੈਗੇ ਜੀ ਆਪਣੇ ਉਪ ਰਾਸ਼ਟਰਪਤੀ, ਜਿਹਦੇ ਦੁਆਰਾ ਪ੍ਰਧਾਨਗੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਵੇਖ ਸਕਦੇ ਹੋ ਲੋਕ ਸਭਾ, ਜਿਸ ਦੀ ਕੁੱਲ ਮੈਂਬਰੀ 545 ਦੀ ਹੈ, ਦੀ ਪ੍ਰਧਾਨਗੀ ਸਪੀਕਰ ਦੁਆਰਾ ਕੀਤੀ ਜਾਂਦੀ ਹੈ। ਇਹਦਾ ਜਵਾਬ ਤੁਸੀਂ ਦਿਓ। ਵੈਸੇ ਤਾਂ ਤੁਹਾਨੂੰ ਇਸ ਪ੍ਰਸ਼ਨ ਦਾ ਜਵਾਬ ਆਉਣਾ ਚਾਹੀਦਾ। ਓਮ ਬਿਰਲਾ ਜੀ ਜਿਹੜੇ ਹੈਗੇ ਆ, ਉਹ ਤੁਹਾਨੂੰ ਕੌਣ ਹੈਗੇ ਆ ਜੀ? ਪ੍ਰਧਾਨਗੀ ਕਰ ਰਹੇ ਆ, ਸਪੀਕਰ ਹੈਗੇ ਆ। ਐਂਡ ਇੱਕ ਹੋਰ ਗੱਲ, ਰਾਜ ਸਭਾ ਜਿਹੜੀ ਕਿ ਤੁਸੀਂ ਗਿਣਤੀ ਵੇਖਦੇ ਹੋ 245 ਆ। ਵੈਸੇ ਤਾਂ ਵੇਖੀਏ 233 ਜਿਹੜੇ ਹੁੰਦੇ ਨੇ ਜੀ, ਉਹ ਕੀ ਹੁੰਦੇ ਨੇ ਜੀ? ਉਹ ਤਾਂ ਹੁੰਦੇ ਆ ਇਲੈਕਟ। ਬਟ ਇਹਦੇ ਵਿੱਚੋਂ ਮੈਂ ਇੱਕ ਵਾਰ ਲਿਖ ਦਿੰਨਾ, ਜਿਹੜੇ 233 ਮੈਂਬਰ ਹੁੰਦੇ ਨੇ ਉਹਨਾਂ ਨੂੰ ਕੀ ਕੀਤਾ ਜਾਂਦਾ ਹੈ ਜੀ? ਉਹਨਾਂ ਨੂੰ ਇਲੈਕਟ ਕੀਤਾ ਜਾਂਦਾ। ਬਟ ਇਹਦੇ ਵਿੱਚ ਜਿਹੜੇ 12 ਹੋ ਜਾਂਦੇ ਨੇ, ਜਿਹੜੇ 12 ਮੈਂਬਰ ਹੋਣਗੇ, ਇਹਨਾਂ ਨੂੰ ਸਿੱਧਾ ਕਹਿ ਸਕਦੇ ਆ ਨੋਮੀਨੇਟ ਕੀਤਾ ਜਾਂਦਾ। ਕੀ ਕੀਤਾ ਜਾਂਦਾ ਜੀ?
ਨੋਮੀਨੇਟ ਕੀਤਾ ਜਾਂਦਾ ਆ। ਸੋ ਇਹ ਕੁੱਲ ਮਿਲਾ ਕੇ ਕਿੰਨੇ ਬਣ ਜਾਂਦੇ ਆ ਜੀ? ਇਹ ਕੁੱਲ ਮਿਲਾ ਕੇ ਬਣ ਜਾਂਦੇ ਆ 245। ਠੀਕ ਹੈ ਜੀ, 245 ਬਣ ਜਾਂਦੇ ਆ। ਇਲੈਕਟ ਹੁੰਦੇ ਆ 233, 12 ਨੂੰ ਨੋਮੀਨੇਟ ਕੀਤਾ ਜਾਂਦਾ। ਬਟ ਇਸੇ ਤਰ੍ਹਾਂ ਹੀ ਵੇਖ ਸਕਦੇ ਹੋ ਇਹਦੇ ਵਿੱਚ ਜਿਹੜੇ 2 ਹੁੰਦੇ ਨੇ ਉਹ ਕਿਹਦੇ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ? ਰਾਸ਼ਟਰਪਤੀ ਦੁਆਰਾ ਨੋਮੀਨੇਟ ਕੀਤੇ ਜਾ ਸਕਦੇ ਆ। ਜੇਕਰ ਆਪਾਂ ਗੱਲ ਕਰਦੇ ਹਾਂ ਲੋਕ ਸਭਾ ਦੀ, ਲੋਕ ਸਭਾ ਵਿੱਚ 2 ਨੋਮੀਨੇਟ ਕੀਤੇ ਜਾਂਦੇ ਆ ਤੇ ਰਾਜ ਸਭਾ ਦੇ ਵਿੱਚ 12 ਨੋਮੀਨੇਟ ਕੀਤੇ ਜਾ ਸਕਦੇ ਆ। ਇਸ ਤੋਂ ਬਾਅਦ ਗੱਲ ਕੀਤੀ ਜਾ ਰਹੀ ਹੈ ਸੰਸਦ ਦੀ ਭੂਮਿਕਾ ਦੀ। ਸੰਸਦ ਦੀ ਭੂਮਿਕਾ ਗੱਲ ਕੀਤੀ ਜਾ ਰਹੀ ਹੈ 1947 ਤੋਂ ਬਾਅਦ ਬਣਾਈ ਗਈ ਭਾਰਤੀ ਸੰਸਦ ਉਸ ਵਿਸ਼ਵਾਸ ਦਾ ਪ੍ਰਗਟਾਵਾ ਹੈ ਜੋ ਭਾਰਤ ਦੇ ਲੋਕ ਲੋਕਤੰਤਰ ਦੇ ਸਿਧਾਂਤਾਂ ਵਿੱਚ ਰੱਖਦੇ ਹਨ। ਇਹਦਾ ਮੈਂ ਗੱਲ ਤੁਹਾਨੂੰ ਪਹਿਲਾਂ ਹੀ ਸਮਝਾਤੀ ਸੀਗੀ ਕਿ ਭਾਰਤੀ ਲੋਕ ਕੀ ਕਰਦੇ ਨੇ ਜੀ, ਉਹ VOTING ਦੇ ਵਿੱਚ ਜਾਂਦੇ ਆ, ਵੋਟ ਕਰਦੇ ਆ ਲੋਕਾਂ ਨੂੰ, ਤੇ ਉਹਨਾਂ ਦੇ ਬਿਹਾਫ ਤੇ ਜਿਹੜੇ ਵੀ ਨੁਮਾਇੰਦੇ ਚੁਣੇ ਜਾਂਦੇ ਆ ਉਹ ਜਾਂਦੇ ਆ ਪਾਰਲੀਮੈਂਟ ਦੇ ਵਿੱਚ, ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੀ ਗੱਲ ਰੱਖਦੇ ਆ। ਇਸੇ ਤਰ੍ਹਾਂ ਹੀ ਵਿਸ਼ਵਾਸ ਬਣਿਆ ਰਹਿੰਦਾ ਐਂਡ ਉਹ ਜਿਹੜੇ ਲੋਕ ਚੁਣ ਕੇ ਜਾਂਦੇ ਆ ਉਹਨਾਂ ਨੂੰ ਕਹਿ ਸਕਦੇ ਆ ਕਿ ਲੋਕਾਂ ਦੇ ਹਿੱਤ ਵਿੱਚ ਗੱਲ ਕਰਨੀ ਪੈਂਦੀ ਹੈ। ਇਸ ਤਰੀਕੇ ਨਾਲ ਕਹਿ ਸਕਦੇ ਆ ਕਿ ਲੋਕ ਇਨਡਾਇਰੈਕਟ ਪਾਰਟਿਸਿਪੇਟ ਕਰਦੇ ਹੈਗੇ ਆ ਡੈਮੋਕ੍ਰੇਸੀ ਦੇ ਵਿੱਚ। ਠੀਕ ਹੈ ਜੀ, ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹ ਹਰ 5 ਸਾਲ ਵਿੱਚ ਇੱਕ ਵਾਰ ਹੁੰਦੀ ਹੈ। ਲੋਕ ਸਭਾ ਦੀਆਂ ਚੋਣਾਂ ਆਮ ਤੌਰ ਤੇ ਹਰ 5 ਸਾਲ ਵਿੱਚ ਇੱਕ ਵਾਰ ਹੁੰਦੀ ਹੈ। ਦੇਸ਼ ਨੂੰ ਕਈ ਹਲਕਿਆਂ ਵਿੱਚ ਵੰਡਿਆ ਗਿਆ ਹੈ ਜਿਹਦੀ ਗੱਲ ਆਪਾਂ ਕਰਾਂਗੇ। ਐਂਡ ਲੋਕ ਸਭਾ ਦੀ ਜੇਕਰ ਚੋਣ 5 ਸਾਲ ਵਿੱਚ ਹੁੰਦੀ ਹੈ ਤੇ ਰਾਜ ਸਭਾ ਦੀ ਜਿਹੜੀ ਚੋਣ ਹੈਗੀ ਆ ਉਹ 6 ਸਾਲ ਬਾਅਦ ਹੁੰਦੀ ਹੈ। ਲੋਕ ਸਭਾ ਦੀ ਚੋਣ 5 ਸਾਲ ਬਾਅਦ ਹੁੰਦੀ ਹੈ ਤੇ ਰਾਜ ਸਭਾ ਦੀ ਜਿਹੜੀ ਚੋਣ ਹੈਗੀ ਆ ਉਹ 6 ਸਾਲ ਬਾਅਦ ਹੁੰਦੀ ਹੈ। ਇਸ ਤੋਂ ਬਾਅਦ ਇਹਨਾਂ ਨੇ ਮਈ 2014 ਦੀ ਇਲੈਕਸ਼ਨਾਂ ਦਾ ਕਹਿ ਸਕਦੇ ਆ ਕਿ ਜੋ ਵੀ ਨਤੀਜਾ ਰਿਹਾ ਸੀਗਾ ਉਹ ਵਿਖਾਇਆ ਹੋਇਆ, ਜਿਵੇਂ ਕਿ ਰਾਸ਼ਟਰੀ ਪਾਰਟੀਆਂ ਦੀ ਵੀ ਇੱਥੇ ਗੱਲ ਕੀਤੀ ਗਈ ਹੈ, ਰਾਜ ਪਾਰਟੀਆਂ ਦੀ ਵੀ ਗੱਲ ਕੀਤੀ ਗਈ ਹੈ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਜਾਂ ਫਿਰ ਕਿੰਨੀਆਂ ਸੀਟਸ ਮਿਲੀਆਂ ਸੀਗੀਆਂ। ਇੱਥੇ ਤੁਸੀਂ ਵੇਖ ਸਕਦੇ ਹੋ 543 ਟੋਟਲ ਇੱਥੇ ਗਿਣਤੀ ਵਿਖਾਈ ਜਾ ਰਹੀ ਹੈ। ਐਂਡ ਤੁਸੀਂ ਵੇਖ ਸਕਦੇ ਹੋ ਇੱਥੇ ਰੂਲਿੰਗ ਪਾਰਟੀ ਜਿਹੜੀ ਕਿ ਅੱਜ ਦੇ ਟਾਈਮ ਵਿੱਚ ਵੀ ਹੈਗੀ ਹੈ BJP, ਜਿਹਨੂੰ 282 ਸੀਟਾਂ ਮਿਲੀਆਂ ਸੀਗੀਆਂ, ਜਾਂ ਫਿਰ ਕਹਿ ਸਕਦੇ ਹਾਂ ਸੰਸਦ ਮੈਂਬਰਾਂ ਦੀ ਗਿਣਤੀ ਇੰਨੇ ਲੋਕ ਇਹਨਾਂ ਦੀ ਪਾਰਟੀ ਵਿੱਚੋਂ ਜਿੱਤ ਕੇ ਆਏ ਸੀਗੇ। ਐਂਡ ਇੱਥੇ ਹੋਰ ਵੀ ਤੁਸੀਂ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀਆਂ ਵੀ ਜਿਹੜੀ ਗਿਣਤੀ ਹੈਗੀ ਆ ਇਹ ਵੇਖ ਸਕਦੇ ਹੋ। ਜਸਟ ਨਾਰਮਲ ਜਾਣਕਾਰੀ ਹੈਗੀ ਆ, ਕੋਈ ਜ਼ਰੂਰੀ ਨਹੀਂ ਕਿ ਇੱਥੋਂ ਹੀ ਪ੍ਰਸ਼ਨ ਬਣ ਜਾਣਾ ਆ, ਬਸ ਤੁਹਾਡੀ ਅੰਡਰਸਟੈਂਡਿੰਗ ਲਈ। ਬਟ ਤੁਹਾਨੂੰ ਇਹ ਗੱਲ ਜ਼ਰੂਰ ਯਾਦ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਇਹ ਇਲੈਕਸ਼ਨਾਂ ਹੈਗੀਆਂ ਸੀ ਇਹ ਕਿਹੜੀਆਂ ਇਲੈਕਸ਼ਨਾਂ ਸੀਗੀਆਂ? ਇਹ ਲੋਕ ਸਭਾ ਦੀਆਂ ਇਲੈਕਸ਼ਨਾਂ ਸੀਗੀਆਂ ਮਈ 2014 ਦੇ ਵਿੱਚ। ਐਂਡ ਇਹ 16ਵੀਆਂ ਲੋਕ ਸਭਾ ਇਲੈਕਸ਼ਨਾਂ ਸੀਗੀਆਂ। ਕਈ ਵਾਰ ਇਹ ਵੀ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਕਿ ਹੁਣ ਆਉਣ ਵਾਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹ ਕਿੰਨਵੀਂ ਲੋਕ ਸਭਾ ਚੋਣਾਂ ਹੋਣਗੀਆਂ। ਸੋ ਇਹ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਜੇਕਰ ਤੁਹਾਨੂੰ ਪਤਾ ਲੱਗ ਗਿਆ ਕਿ ਮਈ 2014 ਦੇ ਵਿੱਚ 16ਵੀਆਂ ਲੋਕ ਸਭਾ ਚੋਣਾਂ ਹੋਈਆਂ ਸੀਗੀਆਂ ਤੇ ਆਉਣ ਵਾਲੇ ਜਿਹੜੇ ਵੀ ਕਹਿ ਸਕਦੇ ਇਲੈਕਸ਼ਨ ਹੈਗੇ ਆ ਉਹਨਾਂ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਇਸੇ ਤਰ੍ਹਾਂ ਹੀ ਤੁਸੀਂ ਵੇਖ ਸਕਦੇ ਹੋ ਕਿ 15ਵੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਬਾਰੇ ਵੀ ਇੱਥੇ ਗੱਲ ਕੀਤੀ ਗਈ ਹੈ ਕਿ ਮਈ 2009 ਵਿੱਚ ਹੋਈ ਸੀ, ਜਿਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਹੜੀ ਪਾਰਟੀ ਦੀਆਂ ਵੋਟਾਂ ਕਿੰਨੀਆਂ ਹੈਗੀਆਂ ਸੀ। ਇੱਕ ਵਾਰ ਚੁਣੇ ਜਾਣ ਤੋਂ ਬਾਅਦ ਜਿਹੜੇ ਉਮੀਦਵਾਰ ਹੁੰਦੇ ਨੇ ਜੀ ਉਹ ਮੈਂਬਰ ਬਣ ਜਾਂਦੇ ਆ। ਇਸ ਤੋਂ ਬਾਅਦ ਇੱਥੇ ਇਹਨਾਂ ਨੇ ਗੱਲ ਕੀਤੀ ਹੈ ਕਿ ਇਹ ਸੰਸਦ ਮੈਂਬਰ ਮਿਲ ਕੇ ਬਣਾਉਂਦੇ ਹੈਗੇ ਆ। ਇਹ ਸਾਰੇ ਮੈਂਬਰ ਮਿਲ ਕੇ ਸੰਸਦ ਬਣਾਉਂਦੇ ਆ। ਐਂਡ ਪਾਰਲੀਮੈਂਟ ਦੀ ਲੋੜ ਕਿਉਂ ਪਈ? ਹੇਠਾਂ ਲਿਖੇ ਫੰਕਸ਼ਨ ਦੇ ਲਈ ਪਾਰਲੀਮੈਂਟ ਦੀ ਲੋੜ ਪਈ ਸੀਗੀ ਕਿ ਰਾਸ਼ਟਰੀ ਸਰਕਾਰ ਦੀ ਚੋਣ ਕਰਨੀ, ਕਿ ਰੂਲ ਕੌਣ ਕਰੂਗਾ, ਗਵਰਨ ਕੌਣ ਕਰੂਗਾ, ਕੌਣ ਸ਼ਾਸਨ ਕਹਿ ਸਕਦੇ ਆ ਜਾਂ ਫਿਰ ਕਹਿ ਸਕਦੇ ਆ ਕਿ ਗਵਰਨ ਕਿਹਦੇ ਦੁਆਰਾ ਕੀਤਾ ਜਾਣਾ ਆ। ਇਹਦੇ ਲਈ ਆਪਾਂ ਨੂੰ ਪਾਰਲੀਮੈਂਟ ਦੀ ਲੋੜ ਪਈ ਹੈ। ਪਾਰਲੀਮੈਂਟ ਸੰਸਦ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਭਾਰਤ ਦੀ ਸੰਸਦ ਵਿੱਚ ਰਾਸ਼ਟਰਪਤੀ ਰਾਜ ਸ਼ਾਮਿਲ ਹੁੰਦਾ ਹੈ, ਰਾਸ਼ਟਰਪਤੀ ਸ਼ਾਮਿਲ ਹੁੰਦਾ ਹੈ, ਰਾਜ ਸਭਾ ਅਤੇ ਲੋਕ ਸਭਾ। ਰਾਸ਼ਟਰਪਤੀ, ਰਾਜ ਸਭਾ ਅਤੇ ਲੋਕ ਸਭਾ ਇਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ ਸੰਸਦ ਦੇ ਵਿੱਚ। ਧਿਆਨ ਨਾਲ ਸੁਣ ਲਿਓ, ਸੰਸਦ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਸੰਸਦ ਦੇ ਵਿੱਚ ਰਾਸ਼ਟਰਪਤੀ ਜਿਹੜਾ ਹੈ ਇੱਕ ਤਾਂ ਉਹ ਸ਼ਾਮਿਲ ਹੋਵੇਗਾ, ਰਾਸ਼ਟਰਪਤੀ ਦੇ ਨਾਲ ਕਹਿ ਸਕਦੇ ਹਾਂ ਕਿ ਲੋਕ ਸਭਾ ਦੇ ਨਾਲ ਤੁਹਾਨੂੰ ਰਾਜ ਸਭਾ, ਇਹ ਤਿੰਨੇ ਚੀਜ਼ਾਂ ਮਿਲ ਕੇ ਕੀ ਬਣਾਉਂਦੀਆਂ ਨੇ? ਸੰਸਦ ਬਣਾਉਂਦੀਆਂ ਨੇ। ਤੇ ਸਰਕਾਰ ਬਣਾਉਣ ਦੇ ਲਈ ਤੁਹਾਡੇ ਕੋਲ ਕਿੰਨੀਆਂ ਸੀਟਸ ਹੋਣੀਆਂ ਚਾਹੀਦੀਆਂ ਨੇ ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਆ। ਐਂਡ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਲੋਕ ਸਭਾ ਦੇ ਵਿੱਚ ਟੋਟਲ ਸੀਟ ਦੀ ਮੈਂ ਗੱਲ ਕੀਤੀ ਸੀਗੀ, ਜਿਹਦੇ ਵਿੱਚ 543 ਤਾਂ ਸਿੱਧੇ ਕੀ ਹੁੰਦੇ ਆ? ਇਲੈਕਟ ਹੁੰਦੇ ਆ, ਚੁਣੇ ਜਾਂਦੇ ਆ। ਤੇ ਇਸ ਤੋਂ ਬਾਅਦ ਜਿਹੜੇ 2 ਹੁੰਦੇ ਨੇ ਐਂਗਲੋ ਇੰਡੀਅਨ, ਇਹਨਾਂ ਨੂੰ ਨਾਮਜ਼ਦ ਜਾਂ ਫਿਰ ਨੋਮੀਨੇਟ ਕੀਤਾ ਜਾਂਦਾ ਆ 2 ਜਣਿਆਂ ਨੂੰ। ਫਿਰ 545 ਬਣ ਗਈਆਂ ਨਾ ਸੀਟਸ। ਤੇ ਕਿਸੇ ਵੀ ਪਾਰਟੀ ਦੀ ਘੱਟੋ ਘੱਟ ਅੱਧੀ ਸੰਖਿਆ ਭਾਵ 272 ਹੋਣੀ ਚਾਹੀਦੀ ਹੈ। ਵਿਰੋਧੀ ਪਾਰਟੀਆਂ ਦੀ ਗੱਲ ਕੀਤੀ ਗਈ ਹੈ ਕਿ ਵਿਰੋਧੀ ਧਿਰ ਕੌਣ ਹੁੰਦਾ ਹੈ ਜੀ? ਵਿਰੋਧ ਕਰਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਦੁਆਰਾ ਬਣਾਈਆਂ ਗਈਆਂ ਹਨ। ਬਹੁਮਤ ਪਾਰਟੀ
ਨੂੰ ਛੱਡ ਕੇ ਜਿਹੜੀਆਂ ਹੋਰ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਆਪੋਜੀਸ਼ਨ ਕਹਿ ਸਕਦੇ ਹੋ। ਸੱਤਾਧਾਰੀ ਪਾਰਟੀ ਨੂੰ ਲੀਡ ਕਰਨ ਵਾਲਾ ਜਿਹੜਾ ਪਰਸਨ ਹੁੰਦਾ ਆ ਉਹਨੂੰ ਤੁਸੀਂ ਪ੍ਰਧਾਨ ਮੰਤਰੀ ਕਹਿੰਦੇ ਹੋ। ਸੱਤਾਧਾਰੀ ਪਾਰਟੀ ਦੇ ਵਿੱਚ ਜਿਹੜਾ ਪਰਸਨ ਲੀਡ ਕਰ ਰਿਹਾ ਹੁੰਦਾ ਜਿਹਨੂੰ ਤੁਸੀਂ ਪ੍ਰਧਾਨ ਮੰਤਰੀ ਕਹਿੰਦੇ ਹੋ। ਪ੍ਰਧਾਨ ਮੰਤਰੀ ਦੁਆਰਾ ਜਿਹੜੇ ਸੰਸਦ ਦੇ ਮੈਂਬਰ ਹੁੰਦੇ ਨੇ, ਸੰਸਦ ਦੇ ਮੈਂਬਰ ਜਿਹੜੇ ਕਿ ਜਿੱਤ ਕੇ ਆਏ ਹੈਗੇ ਆ ਐਂਡ ਇਸ ਸੱਤਾਧਾਰੀ ਪਾਰਟੀ ਨਾਲ ਸੰਬੰਧ ਰੱਖਦੇ ਹੈਗੇ ਆ, ਇਹਨਾਂ ਨੂੰ ਹੋਰ ਜਿਹੜੀਆਂ ਮਿਨਿਸਟਰੀਆਂ ਹੁੰਦੀਆਂ ਨੇ, ਮੰਤਰਾਲੇ ਹੁੰਦੇ ਨੇ, ਦਿੱਤੇ ਜਾਂਦੇ ਨੇ। ਤੇ ਇਹ ਕਿਹਦੇ ਦੁਆਰਾ ਦਿੱਤੇ ਜਾਂਦੇ ਨੇ? ਪ੍ਰਧਾਨ ਮੰਤਰੀ ਦੁਆਰਾ ਦਿੱਤੇ ਜਾਂਦੇ ਆ। ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਹੋਰ ਚਾਰਜ ਦੇਣੇ ਆ। ਕਿਹਨਾਂ ਨੂੰ ਹੋਰ ਚਾਰਜ ਦੇਣੇ ਆ? ਜਿਹੜੇ ਲੋਕ ਜਿੱਤ ਕੇ ਆਏ ਆ, ਜਿਹੜੇ ਮੈਂਬਰ ਜਿੱਤ ਕੇ ਆਏ ਆ, ਸੱਤਾਧਾਰੀ ਪਾਰਟੀ ਨਾਲ ਸੰਬੰਧ ਰੱਖਦੇ ਆ। ਇਹ ਗੱਲ ਤੁਸੀਂ ਸਮਝ ਗਏ ਹੋਣੇ ਆ। ਜਿਵੇਂ ਕਿ ਸਿੱਖਿਆ ਮੰਤਰਾਲੇ ਹੋ ਸਕਦਾ ਆ, ਰੇਲਵੇ ਮਿਨਿਸਟਰੀ ਹੋ ਸਕਦੀ ਹੈ, 에ਅਰਲਾਈਨ ਮਿਨਿਸਟਰੀ ਹੋ ਸਕਦੀ ਹੈ, ਵਿਦੇਸ਼ ਮੰਤਰਾਲੇ ਹੋ ਸਕਦਾ ਆ। ਕਿੰਨੇ ਤਰ੍ਹਾਂ ਦੇ ਜਿਹੜੇ ਮਿਨਿਸਟਰੀਜ਼ ਹੈਗੀਆਂ ਨੇ ਜੀ, ਇਹ ਵੇਖਣ ਨੂੰ ਮਿਲਦੀਆਂ ਨੇ। ਜਿਵੇਂ ਤੁਹਾਨੂੰ ਯਾਦ ਹੋਣਾ ਕਿ ਆਪਣੇ ਪੰਜਾਬ ਦੇ ਵਿੱਚ ਵੀ ਇੱਕ ਕਹਿ ਸਕਦੇ ਹਾਂ ਜਿਹੜੀ ਪਾਰਟੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ, ਇਹਨਾਂ ਦੇ ਹਰਸਿਮਰਤ ਕੌਰ ਬਾਦਲ ਜੀ ਜਿਹੜੇ ਹੈਗੇ ਨੇ, ਇਹਨਾਂ ਨੂੰ ਵੀ ਇੱਕ ਮਿਨਿਸਟਰੀ ਦਿੱਤੀ ਗਈ ਸੀਗੀ। ਤੁਸੀਂ ਕਮੈਂਟ ਕਰਕੇ ਦੱਸਿਓ ਇਹਨਾਂ ਨੂੰ ਕਿਹੜੀ ਮਿਨਿਸਟਰੀ ਦਿੱਤੀ ਗਈ ਸੀਗੀ, ਕਿਉਂਕਿ ਇਹਨਾਂ ਦੀ ਕਹਿ ਸਕਦੇ ਹਾਂ ਕਿ ਇਹਨਾਂ ਦਾ ਜਿਹੜਾ ਸਪੋਰਟ ਸੀਗਾ ਉਹ ਸੈਂਟਰ ਗੌਰਮੈਂਟ ਨੂੰ ਹੈਗਾ ਸੀ, ਜਿਹਦੇ ਕਰਕੇ ਇਹਨਾਂ ਨੂੰ ਵੀ ਇੱਕ ਮਿਨਿਸਟਰੀ ਦਿੱਤੀ ਗਈ ਸੀਗੀ। ਸੋ ਇਸ ਤਰ੍ਹਾਂ ਜਿਹੜੀਆਂ ਮਿਨਿਸਟਰੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਕਿਹਨਾਂ ਨੂੰ? ਜਿਹੜੇ ਕਿ ਇਹਨਾਂ ਦੀ ਸੱਤਾਧਾਰੀ ਪਾਰਟੀ ਨਾਲ ਸੰਬੰਧ ਰੱਖਦੇ ਹੁੰਦੇ ਆ, ਜਾਂ ਫਿਰ ਕਹਿ ਸਕਦੇ ਆ ਕਿ ਸੱਤਾਧਾਰੀ ਪਾਰਟੀ ਨੂੰ ਸਪੋਰਟ ਕਰਨ ਵਾਲੇ ਲੋਕਾਂ ਨੂੰ ਜਿਹੜੇ ਮਿਨਿਸਟਰੀਜ਼ ਹੁੰਦੀਆਂ ਨੇ ਇਹ ਦਿੱਤੀ ਜਾਂਦੀਆਂ ਨੇ। ਕਿਹਦੇ ਦੁਆਰਾ? ਪ੍ਰਧਾਨ ਮੰਤਰੀ ਦੁਆਰਾ। ਕਈ ਵਾਰ ਸਾਨੂੰ ਇਹ ਵੀ ਵੇਖਣ ਨੂੰ ਮਿਲਦਾ ਕਿ ਮੈਜੋਰਟੀ ਨਹੀਂ ਹਾਸਲ ਹੁੰਦੀ। ਜਿਵੇਂ ਆਪਾਂ ਗੱਲ ਕੀਤੀ ਸੀਗੀ, ਇੱਥੇ ਤੁਸੀਂ ਗੱਲ ਕੀਤੀ ਸੀ ਨਾ 272 ਸੀਟਸ ਹੋਣੀਆਂ ਚਾਹੀਦੀਆਂ ਨੇ, ਬਟ ਐਵੇਂ ਵੀ ਤਾਂ ਹੋ ਸਕਦਾ ਕਿ ਕਿਸੇ ਪਾਰਟੀ ਨੂੰ 272 ਸੀਟਾਂ ਨਾ ਮਿਲਣ। ਫਿਰ ਕੀ ਹੋਊਗਾ? ਮੰਨ ਲੈਂਦੇ ਆ ਕਿ ਇੱਕ ਪਾਰਟੀ ਨੂੰ ਕਹਿ ਸਕਦੇ ਆ ਕਿ 200 ਤੋਂ ਘੱਟ ਸੀਟਾਂ ਮਿਲੀਆਂ, ਮਤਲਬ ਕੋਈ ਪਾਰਟੀ ਇਹੋ ਜੀ ਨਹੀਂ ਹੈਗੀ ਸੀ ਜਿਹਨੂੰ 272 ਸੀਟਾਂ ਮਿਲੀਆਂ। ਫਿਰ ਕੀ ਹੋਊਗਾ? ਫਿਰ 2 ਜਾਂ ਫਿਰ 3 ਪਾਰਟੀਆਂ ਇਕੱਠੇ ਆ ਜਾਣਗੀਆਂ। ਉਹ ਕਹਿਣਗੀਆਂ ਕਿ ਚਲੋ ਇੰਜ ਕਰਦੇ ਆ, ਆਪਾਂ ਸਾਰੇ ਇਕੱਠੇ ਸਰਕਾਰ ਚਲਾਉਣੇ ਆ, ਆਪਾਂ ਰਲ ਮਿਲ ਕੇ ਸਰਕਾਰ ਚਲਾਵਾਂਗੇ ਤੇ ਨਾਲ ਪੈਸੇ ਖਾਵਾਂਗੇ। ਮਤਲਬ ਇਹੀ ਹੁੰਦਾ ਅੱਜ ਕੱਲ੍ਹ ਤਾਂ। ਤੇ ਇਹਦੇ ਵਿੱਚ ਜਦੋਂ ਇਸ ਤਰ੍ਹਾਂ ਹੋਵੇਗਾ, ਜਦੋਂ ਇਹ ਰਲ ਮਿਲ ਕੇ ਸਰਕਾਰ ਚਲਾਉਣਗੇ, ਇਹਨੂੰ ਕੋਅਲੀਸ਼ਨ ਗਵਰਨਮੈਂਟ ਕਹਿੰਦੇ ਆ, ਜਾਂ ਫਿਰ ਇਹਨੂੰ ਤੁਸੀਂ ਗੱਠਜੋੜ ਦੀ ਸਰਕਾਰ ਵਜੋਂ ਵੀ ਆਪਾਂ ਇਹਨੂੰ ਜਾਣਦੇ ਹਾਂ। ਠੀਕ ਹੈ ਜੀ, ਗੱਠਜੋੜ ਦੀ ਸਰਕਾਰ। ਜਦੋਂ ਕਿਸੇ ਇੱਕ ਪਾਰਟੀ ਨੂੰ ਕਹਿ ਸਕਦੇ ਆ ਕਿ ਕੰਪਲੀਟ ਮੈਜੋਰਟੀ ਨਾ ਮਿਲੇ, ਜਿਹਦੇ ਨਾਲ ਉਹ ਕੀ ਕਰਦੇ ਆ, 2-3 ਪਾਰਟੀਆਂ ਰਲ ਕੇ ਸਰਕਾਰ ਚਲਾਉਂਦੀਆਂ ਨੇ, ਉਹਨੂੰ ਤੁਸੀਂ ਗੱਠਜੋੜ ਦੀ ਸਰਕਾਰ ਕਹਿੰਦੇ ਹੋ। ਐਂਡ ਗੱਠਜੋੜ ਦੀ ਐਗਜ਼ਾਮਪਲ ਇੱਥੇ ਵੇਖਣ ਨੂੰ ਮਿਲਦੀ ਹੈ। ਵੇਖੋ 2009 ਦੇ ਇਲੈਕਸ਼ਨ ਦੇ ਵਿੱਚ, 15ਵੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਵੇਖੋ ਕਿ ਬੀਜੇਪੀ ਨੂੰ 116 ਮਿਲੀਆਂ ਤੇ ਕਾਂਗਰਸ ਨੂੰ ਤਾਂ 206 ਹੀ ਮਿਲੀਆਂ। 206 ਮਿਲਣ ਦੇ ਨਾਲ ਕੀ ਇਹਨਾਂ ਦੀ ਸਰਕਾਰ ਬਣ ਜਾਣੀ ਹੈ? ਬਿਲਕੁਲ ਨਹੀਂ, ਕਿਉਂਕਿ ਜਿੱਤਣ ਲਈ ਕਿੰਨੇ ਵੋਟਾਂ ਦੀ ਜਾਂ ਫਿਰ ਕਿੰਨੇ ਮੈਂਬਰਾਂ ਦੀ ਲੋੜ ਸੀਗੀ? 272, ਬਟ ਇਹਨਾਂ ਕੋਲ ਤਾਂ 206 ਨੇ। ਤੇ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਜਿਹੜੀਆਂ ਬਾਕੀ ਹੋਰ ਛੋਟੀ ਮੋਟੀ ਪਾਰਟੀਆਂ ਹੈਗੀਆਂ ਨੇ, ਇਹਨਾਂ ਨੇ ਗੱਠਜੋੜ ਕੀਤਾ। ਲਿਖਿਆ ਹੋਇਆ ਨਾ ਕਿ ਉਪਰੋਕਤ ਸਾਰਣੀ ਤੁਹਾਨੂੰ 15 ਦੇ ਨਤੀਜਿਆਂ ਲਈ, ਮਤਲਬ ਕਿ 15ਵੀਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿਹੜੀਆਂ ਕਿ 2009 ਵਿੱਚ ਹੋਈਆਂ ਸੀਗੀਆਂ, ਇਹਦੇ ਵਿੱਚ INC ਨੂੰ ਗਿਣਤੀ ਤਾਂ ਵੱਡੀ ਪ੍ਰਾਪਤ ਹੋਈ, ਪਰ ਸਰਕਾਰ ਬਣਾਉਣ ਲਈ ਜਿਹੜੀ ਮੈਂਡੇਟ ਜਿਹੜਾ ਸੀਗਾ, ਮੈਜੋਰਟੀ ਸੀਗੀ, ਉਹ ਨਹੀਂ ਪ੍ਰਾਪਤ ਹੋਇਆ। ਤੇ ਇਹਦੇ ਨਾਲ ਹੋਇਆ ਕਿ ਇਹਦੇ ਨਾਲ ਇਹਨਾਂ ਨੇ ਗੱਠਜੋੜ ਬਣਾਇਆ ਹੋਰ ਪਾਰਟੀਆਂ ਦੇ ਨਾਲ। ਠੀਕ ਹੈ ਜੀ, ਜਿਹਨੂੰ ਇਹਨਾਂ ਨੇ UPA ਦਾ ਨਾਮ ਦਿੱਤਾ ਸੀਗਾ। ਹੋਰਾਂ ਦੇ ਨਾਲ ਸਿਆਸੀ ਪਾਰਟੀਆਂ ਜੋ ਇਸ ਦੀਆਂ ਭਾਈਵਾਲ ਜਾਂ ਫਿਰ ਕਹਿ ਸਕਦੇ ਹਾਂ ਸਪੋਰਟਰ ਹੈਗੀਆਂ ਸੀਗੀਆਂ। ਸੋ ਇਹਨਾਂ ਨੇ ਸਰਕਾਰ ਬਣਾ ਲਈ ਸੀ ਫਿਰ। ਐਂਡ ਹੁਣ ਤੁਹਾਨੂੰ 2 ਫੋਟੋਜ਼ ਵੇਖਣ ਨੂੰ ਮਿਲ ਰਹੀਆਂ ਨੇ, ਜਿਹਦੇ ਵਿੱਚ ਇਹਨਾਂ ਨੇ ਕੁਝ ਜ਼ਰੂਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਕੇਂਦਰੀ ਸਕੱਤਰੇਤ ਦੀਆਂ ਇਹ 2 ਇਮਾਰਤਾਂ ਦੱਖਣੀ ਬਲਾਕ ਅਤੇ ਉੱਤਰੀ ਬਲਾਕ 1930 ਦੇ ਦਹਾਕੇ ਦੌਰਾਨ ਬਣੀਆਂ ਸਨ। ਖੱਬੇ ਪਾਸੇ ਦੀ ਫੋਟੋ ਸਾਊਥ ਬਲਾਕ ਦੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਦਫ਼ਤਰ, ਜਿਹਨੂੰ PMO ਆਫਿਸ ਕਿਹਾ ਜਾਂਦਾ, PMO ਆਫਿਸ, ਰੱਖਿਆ ਮੰਤਰਾਲੇ ਜਿਹਨੂੰ ਤੁਸੀਂ ਡਿਫੈਂਸ ਮਿਨਿਸਟਰੀ ਕਹਿ ਸਕਦੇ ਹੋ, ਅਤੇ ਵਿਦੇਸ਼ ਮੰਤਰਾਲਾ ਹੈਗਾ ਆ। ਉੱਤਰੀ ਬਲਾਕ ਸੱਜੇ ਪਾਸੇ ਦੀ ਫੋਟੋ ਹੈ, ਜਿਸ ਵਿੱਚ ਵਿੱਤ ਮੰਤਰਾਲਾ, ਫਾਈਨਾਂਸ ਮਿਨਿਸਟਰੀ ਅਤੇ ਗ੍ਰਹਿ ਮੰਤਰਾਲਾ ਜਿਹਨੂੰ ਤੁਸੀਂ ਹੋਮ ਮਿਨਿਸਟਰੀ ਕਹਿੰਦੇ ਹੋ। ਕੇਂਦਰ ਸਰਕਾਰ ਦੇ ਹੋਰ ਵੀ ਮੰਤਰਾਲੇ ਹੈਗੇ ਜਿਹੜੇ ਕਿ ਨਵੀਂ ਦਿੱਲੀ ਦੇ ਵੱਖ-ਵੱਖ ਇਮਾਰਤਾਂ ਵਿੱਚ ਸਥਿਤ ਹੈਗੇ ਆ। ਸੋ ਇਹ ਗੱਲ ਤੁਸੀਂ ਸਮਝ ਗਏ ਹੋਣੇ ਆ। ਰਾਜ ਸਭਾ ਮੁੱਖ ਤੌਰ ਤੇ ਸੰਸਦ ਵਿੱਚ ਭਾਰਤ ਦੇ ਰਾਜਾਂ ਦੇ ਪ੍ਰਤੀਨਿਧੀ ਵਜੋਂ ਕੰਮ ਕਰਦੀ ਹੈ। ਰਾਜ ਸਭਾ ਕਾਨੂੰਨ ਬਣਾਉਣ ਦੀ ਸ਼ੁਰੂਆਤ ਵੀ ਕਰ ਸਕਦੀ ਹੈ ਅਤੇ ਕਾਨੂੰਨ ਬਣਨ ਲਈ ਰਾਜ ਸਭਾ ਵਿੱਚੋਂ ਇੱਕ ਬਿੱਲ ਪਾਸ ਕਰਨ ਦੀ ਲੋੜ ਹੁੰਦੀ ਹੈ। ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਆਪਾਂ ਬਿੱਲ ਵਗੈਰਾ ਬਣਾਉਂਦੇ ਆ ਇਹਨਾਂ ਪਾਰਲੀਮੈਂਟ ਦੇ ਵਿੱਚ, ਤੇ ਕਿਸੇ ਵੀ ਕਾਨੂੰਨ ਨੂੰ ਬਣਾਉਣ ਦੀ ਜਿਹੜੀ ਸ਼ੁਰੂਆਤ ਹੈਗੀ ਹੈ
ਉਹ ਤੁਸੀਂ ਕਿਸੇ ਵੀ ਹਾਊਸ ਵਿੱਚ ਲੈ ਕੇ ਜਾ ਸਕਦੇ ਹੋ। ਰਾਜ ਸਭਾ ਤੋਂ ਵੀ ਸ਼ੁਰੂਆਤ ਕਰ ਸਕਦੇ ਹੋ। ਰਾਜ ਸਭਾ ਦੇ ਮੈਂਬਰਾਂ ਦੀ ਚੋਣ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ। ਇੱਥੇ 233 ਚੁਣੇ ਹੋਏ ਮੈਂਬਰ ਹਨ ਅਤੇ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਗਏ 12 ਮੈਂਬਰ ਵੇਖਣ ਨੂੰ ਮਿਲਦੇ ਆ। ਸਰਕਾਰ ਤੇ ਕੰਟਰੋਲ ਕਰਨ ਦੇ ਲਈ ਮਾਰਗਦਰਸ਼ਨ ਕਰਨ ਅਤੇ ਸੂਚਿਤ ਕਰਨ ਲਈ ਇੱਕ ਪ੍ਰਸ਼ਨ ਜਿਹੜਾ ਕਾਲ ਹੈਗਾ ਆ, ਜਿਹਨੂੰ ਤੁਸੀਂ ਕੁਐਸਚਨ ਆਰ ਕਹਿੰਦੇ ਹੋ, ਇਹ ਵੀ ਰੱਖਿਆ ਜਾਂਦਾ ਆ ਆਪਣੇ ਪਾਰਲੀਮੈਂਟ ਦੇ ਵਿੱਚ, ਸੰਸਦ ਦੇ ਵਿੱਚ, ਜਿਹਦੇ ਵਿੱਚ ਸਰਕਾਰ ਤੋਂ ਕਾਫੀ ਸਾਰੇ ਪ੍ਰਸ਼ਨ ਪੁੱਛੇ ਜਾਂਦੇ ਆ। ਲੋਕਾਂ ਦਾ ਜਿਹੜਾ ਓਪੀਨੀਅਨ ਹੈਗਾ ਆ ਉਹ ਵੀ ਰੱਖਿਆ ਜਾਂਦਾ, ਜਿਹੜੇ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਹੁੰਦੇ ਨੇ ਉਹਨਾਂ ਦੁਆਰਾ। ਜਿਵੇਂ ਮੰਨ ਲਓ ਸਰਕਾਰ ਨੇ ਕੋਈ ਕੰਮ ਕੀਤਾ, ਸਰਕਾਰ ਨੇ ਚੰਗੇ ਤਰੀਕੇ ਨਾਲ ਕੰਮ ਨਹੀਂ ਕੀਤਾ, ਤੇ ਹੋਰ ਪਾਰਟੀਆਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੋਣਗੇ ਲੋਕਾਂ ਦੇ, ਉਹ ਕੁਐਸਚਨ ਪੁੱਛਣਗੇ ਸਰਕਾਰ ਨੂੰ ਕਿ ਦੱਸੋ ਭਾਈ ਫਲਾਨਾ ਜਿਹੜਾ ਕੰਮ ਸੀਗਾ ਤੁਹਾਡੇ ਏਰੀਏ ਵਿੱਚ ਉਹ ਕਿਉਂ ਨਹੀਂ ਹੋਇਆ, ਜੇਕਰ ਤੁਸੀਂ ਕਰਨਾ ਆ ਤੇ ਇਹ ਵੀ ਦੱਸੋ ਕਦੋਂ ਤੱਕ ਕਰੋਗੇ। ਫਿਰ ਸਰਕਾਰ ਜਵਾਬ ਦਿੰਦੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜੇ ਹੋਰ ਉੱਥੇ ਰਿਪਰੈਜ਼ੈਂਟੇਟਿਵ ਹੋਣਗੇ, ਜਿਹੜੇ ਚੁਣੇ ਹੋਏ ਮੈਂਬਰ ਹੋਣਗੇ, ਉਹ ਸਰਕਾਰ ਤੋਂ ਕੁਐਸਚਨ ਪੁੱਛਣਗੇ ਜਾਂ ਫਿਰ ਆਪਦੇ ਜਿਹੜੇ ਵਿਚਾਰ ਨੇ, ਫੀਡਬੈਕ ਨੇ, ਉਹ ਪ੍ਰਸ਼ਨਾਂ ਦੇ ਥਰੂ ਦੇ ਸਕਦੇ ਆ, ਰੱਖ ਸਕਦੇ ਆ। ਇਸ ਦੇ ਨਾਲ ਹੋਊਗਾ ਕਿ ਸਰਕਾਰ ਤੇ ਕੰਟਰੋਲ ਰਹਿੰਦਾ ਆ, ਸਰਕਾਰ ਦੀ ਜਵਾਬਦੇਹੀ ਬਣ ਜਾਂਦੀ ਹੈ ਕਿ ਜੇਕਰ ਮੰਨ ਲਓ ਸਰਕਾਰ ਨੇ ਕਿਤੇ ਇਹੋ ਜਿਹਾ ਫੈਸਲਾ ਕਰਤਾ ਜਿਹਦੇ ਨਾਲ ਲੋਕਾਂ ਦੇ ਜਿਹੜੇ ਕਹਿ ਸਕਦੇ ਆ ਹੱਕ ਮਾਰੇ ਜਾ ਰਹੇ ਆ, ਜਾਂ ਫਿਰ ਲੋਕਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਆ, ਲੋਕਾਂ ਤੇ ਅਤਿਆਚਾਰ ਹੋ ਰਿਹਾ, ਜਾਂ ਫਿਰ ਕੁਝ ਸਰਕਾਰ ਦੀਆਂ ਇਹੋ ਜਿਹੀਆਂ ਪਾਲਿਸੀਜ਼ ਨੇ ਜਿਹਦੇ ਨਾਲ ਨੁਕਸਾਨ ਹੋ ਰਿਹਾ ਆਮ ਲੋਕਾਂ ਨੂੰ। ਸੋ ਇਸ ਸਿਚੁਏਸ਼ਨ ਦੇ ਵਿੱਚ ਜਿਹੜੇ ਲੋਕ ਨੇ ਆਪਣੇ ਰਿਪਰੈਜ਼ੈਂਟੇਟਿਵ ਦੁਆਰਾ ਸੰਸਦ ਦੇ ਵਿੱਚ ਸਵਾਲ ਜਿਹੜੇ ਹੈਗੇ ਆ ਉਹ ਰਖਵਾ ਸਕਦੇ ਆ ਤੇ ਪੁੱਛ ਸਕਦੇ ਆ। ਐਂਡ ਇਹ ਜਿਹੜੇ ਸਵਾਲ ਹੁੰਦੇ ਨੇ ਇਹ ਆਮ ਨਾਰਮਲੀ ਜਿਹੜੇ ਕਿ ਵਿਰੋਧੀ ਪਾਰਟੀਆਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦੁਆਰਾ ਹੀ ਪੁੱਛੇ ਜਾਂਦੇ ਆ। ਇਸ ਤੋਂ ਬਾਅਦ ਇਹਨਾਂ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ, ਜਿਵੇਂ ਲੋਕ ਸਭਾ ਦੇ ਵਿੱਚ ਲਿਖਿਆ ਹੋਇਆ ਤਾਰਾ ਰਹਿਤ ਸਵਾਲ ਨੰਬਰ 48 ਦਾ ਜਵਾਬ 15/12/2017 ਨੂੰ ਬੱਚਿਆਂ ਲਈ ਸਕੀਮਾਂ ਦਾ ਕਨਵਰਜ ਮਨੋਜ ਰਾਜੌਰੀਆ ਕੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਇਹ ਦੱਸਣ ਦੀ ਪ੍ਰਸੰਨਤਾ ਕਰਨਗੇ, ਭਾਵ ਕਿ ਕੁਐਸਚਨ ਜਿਹੜਾ ਜਵਾਬ ਹੈਗਾ ਉਹ ਕਿਰਪਾ ਕਰਕੇ ਦੇਣਗੇ ਕਿ ਸਰਕਾਰ ਦੇਸ਼ ਵਿੱਚ ਬੱਚਿਆਂ ਲਈ ਵੱਖ-ਵੱਖ ਸਕੀਮਾਂ ਅਤੇ ਨੀਤੀਆਂ ਨੂੰ ਜੋੜਨ ਦਾ ਪ੍ਰਸਤਾਵ ਰੱਖਦੀ ਹੈ, ਜੇਕਰ ਹਾਂ ਤਾਂ ਇਸ ਦੇ ਵੇਰਵੇ ਅਤੇ ਜੇਕਰ ਨਹੀਂ ਤਾਂ ਇਸ ਦੇ ਕਾਰਨ ਕੀ ਹਨ। ਫਿਰ ਇੱਥੇ ਜਵਾਬ ਇੱਥੇ ਵੱਡਾ ਸਾਰਾ ਲਿਖਿਆ ਹੋਇਆ ਜਿਹੜਾ ਕਿ ਤੁਸੀਂ ਵੀਡੀਓ ਨੂੰ ਪੌਜ਼ ਕਰਨ ਤੋਂ ਬਾਅਦ ਪੜ੍ਹ ਲਿਓ। ਮੈਂ ਜਦ ਸਮਝਾਉਣਾ ਸੀਗਾ, ਹੋਪਸੋ ਤੁਸੀਂ ਸਮਝ ਗਏ ਹੋਣੇ ਆ ਮੈਂ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਪ੍ਰਸ਼ਨ ਕਾਲ ਦੇ ਵਿੱਚ ਜਿਹੜੀ ਰੂਲਿੰਗ ਗਵਰਨਮੈਂਟ ਹੈਗੀ ਆ ਉਹਦੀ ਜਵਾਬਦੇਹੀ ਤੈਅ ਕਰਨ ਲਈ ਇਹੋ ਜਿਹੇ ਜਿਹੜੇ ਸੈਸ਼ਨ ਹੈਗੇ ਜੀ ਉਹ ਰੱਖੇ ਜਾਂਦੇ ਆ, ਤਾਂ ਜੋ ਰੂਲਿੰਗ ਗਵਰਨਮੈਂਟ ਆਪਦੀ ਸ਼ਕਤੀਆਂ ਦੀ ਜਿਹੜੀ ਵਰਤੋਂ ਹੈਗੀ ਆ ਉਹ ਦੁਰਵਰਤੋਂ ਨਾ ਕਰੇ, ਉਹਦੀ ਪ੍ਰੋਪਰ ਯੂਟਿਲਾਈਜੇਸ਼ਨ ਕਰੇ, ਕੰਮ ਕਰੇ ਲੋਕਾਂ ਲਈ। ਇਹਨਾਂ ਨਾਲ ਸਰਕਾਰ ਨੂੰ ਕੀ ਹੋਊਗਾ ਜੀ, ਕੀਮਤੀ ਫੀਡਬੈਕ ਮਿਲੂਗਾ। ਸੰਸਦ ਦੇ ਮੈਂਬਰਾਂ ਦੁਆਰਾ ਪੁੱਛੇ ਗਏ ਸਵਾਲਾਂ ਦੁਆਰਾ ਉਸ ਨੂੰ ਆਪਣੇ ਪੈਰਾਂ ਤੇ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਵਿੱਤ ਨਾਲ ਨਜਿੱਠਣ ਵਾਲੇ ਸਾਰੇ ਮਾਮਲਿਆਂ ਵਿੱਚ ਸਰਕਾਰ ਲਈ ਸੰਸਦ ਦੀ ਮਨਜ਼ੂਰੀ ਮਹੱਤਵਪੂਰਨ ਹੈ ਕਿ ਸੰਸਦ ਤੋਂ ਮਨਜ਼ੂਰੀ ਤਾਂ ਲੈਣੀ ਪੈਣੀ ਹੈ ਨਾ, ਜੇਕਰ ਕੋਈ ਫੈਸਲਾ ਲੈ ਕੇ ਆਉਂਦੇ ਆ, ਡਿਸਕਸ਼ਨ ਹੁੰਦੀ ਆ, ਡਿਬੇਟ ਹੁੰਦੀ ਆ। ਇਹ ਉਹਨਾਂ ਕਈ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਵਿੱਚ ਸੰਸਦ ਸਰਕਾਰ ਨੂੰ ਨਿਯੰਤਰਣ, ਮਾਰਗਦਰਸ਼ਨ ਅਤੇ ਸੂਚਿਤ ਕਰਦੀ ਹੈ। ਲੋਕਾਂ ਦੇ ਨੁਮਾਇੰਦਿਆਂ ਵਜੋਂ ਸੰਸਦ ਮੈਂਬਰਾਂ ਦੀ ਸੰਸਦ ਨੂੰ ਨਿਯੰਤਰਿਤ ਕਰਨ, ਮਾਰਗਦਰਸ਼ਨ ਕਰਨ ਅਤੇ ਸੂਚਿਤ ਕਰਨ ਵਿੱਚ ਕੇਂਦਰੀ ਭੂਮਿਕਾ ਹੁੰਦੀ ਹੈ ਅਤੇ ਇਹ ਭਾਰਤੀ ਲੋਕਤੰਤਰ ਦੇ ਕੰਮਕਾਜ ਦਾ ਇੱਕ ਮੁੱਖ ਪਹਿਲੂ ਵੀ ਹੈਗਾ ਆ। ਸੋ ਬਿਲਕੁਲ ਠੀਕ ਗੱਲ ਹੈਗੀ ਹੈ ਕਿ ਉਹਨਾਂ ਦੀ ਸ਼ਕਤੀਆਂ ਦੀ ਰੈਗੂਲੇਸ਼ਨ ਫਿਰ ਹੀ ਕੀਤੀ ਜਾ ਸਕਦੀ ਹੈ ਜੇਕਰ ਉਹਨਾਂ ਤੋਂ ਪ੍ਰੋਪਰ ਸਵਾਲ ਪੁੱਛੇ ਜਾਣ ਇਹਨਾਂ ਸੈਸ਼ਨ ਦੇ ਵਿੱਚ। ਹੁਣ ਕੁਐਸਚਨ ਆਉਂਦਾ ਆ ਸੰਸਦ ਦੇ ਵਿੱਚ ਲੋਕ ਕੌਣ-ਕੌਣ ਹੈਗੇ ਆ। ਸੰਸਦ ਦੇ ਵਿੱਚ ਇੱਥੇ ਗੱਲ ਦੱਸੀ ਜਾ ਰਹੀ ਹੈ ਕਿ ਪੇਂਡੂ ਮੈਂਬਰ ਵੀ ਹੁੰਦੇ ਆ, ਖੇਤਰੀ ਪਾਰਟੀਆਂ ਦੇ ਮੈਂਬਰ ਵੀ ਹੁੰਦੇ ਆ, ਸਮੂਹ ਅਤੇ ਲੋਕ ਜੋ ਹੁਣ ਤੱਕ ਗੈਰ ਨੁਮਾਇੰਦਗੀ ਵਾਲੇ ਸਨ ਚੁਣੇ ਜਾਣ ਲੱਗੇ ਹਨ। ਓਵਰਆਲ ਇੱਥੇ ਦੱਸਿਆ ਜਾ ਰਿਹਾ ਕਿ ਸਾਰੇ ਹੀ ਵਰਗਾਂ ਨੂੰ ਜਿਹੜੇ ਕਿ ਸ਼ੋਅ ਕਰਨ, ਰਿਪਰੈਜ਼ੈਂਟ ਕਰਨ, ਉਹ ਲੋਕ ਤੁਹਾਨੂੰ ਵੇਖਣ ਨੂੰ ਮਿਲਦੇ ਆ। ਬਟ ਜੇ ਉਹ ਲੋਕ ਨਾ ਵੀ ਹੋਣ ਤਾਂ ਇਹਦੇ ਲਈ ਸਪੈਸ਼ਲ ਕੀ ਕੀਤਾ ਹੋਇਆ, ਰਿਜ਼ਰਵੇਸ਼ਨ ਦਿੱਤੀ ਗਈ ਹੈ। ਜਿਵੇਂ ਇੱਥੇ ਗੱਲ ਦੱਸੀ ਜਾ ਰਹੀ ਹੈ ਕਿ ਸੰਸਦ ਵਿੱਚ ਕੁਝ ਸੀਟਾਂ ਲਈ ਰਾਖਵੀਆਂ ਹਨ, ਜਿਵੇਂ ਕਿ SC ST ਲੋਕਾਂ ਲਈ ਇੱਥੇ ਜਿਹੜੀਆਂ ਕੁਝ ਸੀਟਸ ਹੁੰਦੀਆਂ ਨੇ ਰਿਜ਼ਰਵਡ ਰੱਖੀਆਂ ਗਈਆਂ ਨੇ, ਜਿਹਦੇ ਨਾਲ ਇਹਨਾਂ ਸਪੈਸੀਫਿਕ ਵਰਗਾਂ ਦੇ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਰਵੇ। ਜੇਕਰ ਇਹਨਾਂ ਵਰਗਾਂ ਦੇ ਲੋਕ ਵੀ ਰਹਿਣਗੇ ਸੰਸਦ ਦੇ ਵਿੱਚ ਤਾਂ ਉਹ ਆਪਦੇ ਲੋਕਾਂ ਲਈ ਕੀ ਕਰਦੇ ਰਹਿਣਗੇ, ਉਹਨਾਂ ਦੇ ਲੋਕਾਂ ਲਈ ਹੱਕ ਦੇ ਲਈ ਆਵਾਜ਼ ਚੁੱਕਦੇ ਰਹਿਣਗੇ। ਇਸੇ ਤਰ੍ਹਾਂ ਹੀ ਹਾਲ ਹੀ ਵਿੱਚ ਇਹ ਸੁਝਾਅ ਦਿੱਤਾ ਗਿਆ ਕਿ ਔਰਤਾਂ ਲਈ ਸੀਟਾਂ ਜਿਹੜੀਆਂ ਹੋਣਗੀਆਂ ਜੀ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ। ਇਸ ਮੁੱਦੇ ਤੇ ਅਜੇ ਵੀ ਬਹਿਸ ਚੱਲ ਰਹੀ ਹੈ। 60 ਸਾਲ ਪਹਿਲਾਂ ਸਿਰਫ 4% ਸੰਸਦ ਮੈਂਬਰ ਔਰਤਾਂ ਸੀਗੀਆਂ, ਸਿਰਫ 4%, ਤੇ ਅੱਜ ਇਹ ਸਿਰਫ 11%
ਤੋਂ ਉੱਪਰ ਹੈ, 11% ਵੇਖ ਲਓ ਕਿੰਨਾ ਘੱਟ ਹੈ। ਇਹ ਇੱਕ ਛੋਟਾ ਜਿਹਾ ਹਿੱਸਾ ਹੈ ਜਦੋਂ ਤੁਸੀਂ ਇਸ ਤੱਥ ਤੇ ਵਿਚਾਰ ਕਰਦੇ ਹੋ ਕਿ ਅੱਧੀ ਆਬਾਦੀ ਔਰਤਾਂ ਦੀ ਹੈਗੀ ਹੈ, ਬਟ ਇਹਨਾਂ ਦੀ ਪਾਰਟਿਸਿਪੇਸ਼ਨ ਸਿਰਫ 11% ਹੈ। ਕਿਉਂਕਿ ਇਹ ਬੁੱਕ ਪੁਰਾਣੀ ਹੈਗੀ ਹੈ ਤੇ ਮੈਂ ਅੱਜ ਦੇ ਟਾਈਮ ਦੀ ਜੇਕਰ ਗੱਲ ਕਰਾਂ ਤੇ ਤੁਹਾਨੂੰ ਯਾਦ ਹੋਣਾ ਆ, ਜੇਕਰ ਤੁਸੀਂ ਖਬਰਾਂ ਵੇਖਦੇ ਹੋ, ਨਿਊਜ਼ ਵੇਖਦੇ ਹੋ, ਕਿ ਜ਼ਿਆਦਾ ਪੁਰਾਣੀ ਨਿਊਜ਼ ਨਹੀਂ ਹੈਗੀ, ਥੋੜੇ ਟਾਈਮ ਪਹਿਲਾਂ ਦੀ ਨਿਊਜ਼ ਹੈਗੀ ਆ ਕਿ 128ਵਾਂ ਜਿਹੜਾ ਆਪਣਾ ਸੰਵਿਧਾਨ ਦਾ ਸੰਵਿਧਾਨਿਕ ਸੰਸ਼ੋਧਨ ਕਹਿ ਸਕਦੇ ਆ, ਇੱਕ ਨਵਾਂ ਰੂਲ ਜਾਂ ਫਿਰ ਕਹਿ ਸਕਦੇ ਆ ਕਿ ਲੋਕ ਸਭਾ ਦੇ ਵਿੱਚ, ਲੋਕ ਸਭਾ ਅਤੇ ਰਾਜ ਸਭਾ ਦੋਨਾਂ ਵਿੱਚੋਂ ਦੀ ਮਹਿਲਾ ਆਰਕਸ਼ਣ ਵਿਧੇਇਕ 2023 ਪਾਸ ਕਰ ਦਿੱਤਾ ਗਿਆ। ਇਹਦਾ ਮਤਲਬ ਹੈਗਾ ਕਿ ਨਾਰੀ ਸ਼ਕਤੀ ਵੰਦਨ ਅਧਿਨਿਯਮ ਪਾਰਿਤ ਕਰ ਦਿੱਤਾ ਗਿਆ, ਪਾਸ ਕਰ ਦਿੱਤਾ ਗਿਆ। ਇਸ ਰੂਲ ਦੇ ਅਕੋਰਡਿੰਗ, ਇਸ ਵਿਧੇਇਕ ਦੇ ਅਕੋਰਡਿੰਗ ਕੀ ਹੋਊਗਾ ਜੀ, ਬਿੱਲ ਦੇ ਅਕੋਰਡਿੰਗ ਰਾਜ ਵਿਧਾਨ ਸਭਾ ਜਿਹੜੀਆਂ ਹੋਣਗੀਆਂ ਤੇ ਜਿਹੜੀ ਲੋਕ ਸਭਾ ਹੋਊਗੀ ਉਹਦੇ ਵਿੱਚ ਫੀਮੇਲ ਦੀ ਜਿਹੜੀ ਪਾਰਟਿਸਿਪੇਸ਼ਨ ਹੈਗੀ ਹੈ, ਭਾਵ ਕਿ ਫੀਮੇਲ ਦੀਆਂ ਜਿਹੜੀਆਂ ਸੀਟਸ ਹੋਣਗੀਆਂ ਉਹ 33% ਹੋਣਗੀਆਂ। ਮੈਟਰ ਨਹੀਂ ਕਰਦਾ ਅੱਜ ਦੇ ਟਾਈਮ ਵਿੱਚ ਕਿੰਨੀਆਂ ਹੋਣ, ਬਟ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਖੇਤਰੀ ਪਾਰਟੀ ਹੋਣਗੀਆਂ ਜਾਂ ਫਿਰ ਜਿਹੜੀ ਸੈਂਟਰ ਪਾਰਟੀ, ਨੈਸ਼ਨਲ ਪਾਰਟੀ, ਜਿਹੜੀ ਵੀ ਪਾਰਟੀਆਂ ਹੋਣ, ਇਹਨਾਂ ਨੂੰ ਫੀਮੇਲਸ ਨੂੰ ਸੀਟਾਂ 33% ਦੇਣੀਆਂ ਹੀ ਪੈਣੀਆਂ। 33% ਸੀਟਸ ਫੀਮੇਲਸ ਲਈ ਰਿਜ਼ਰਵਡ ਰੱਖ ਦਿੱਤੀਆਂ ਗਈਆਂ ਨੇ। ਕਿਤੇ ਕਿਤੇ ਲਈ ਜਿਹੜੀਆਂ ਰਾਜ ਦੇ ਵਿੱਚ ਵਿਧਾਨ ਸਭਾ ਇਲੈਕਸ਼ਨਾਂ ਹੁੰਦੀਆਂ ਨੇ ਉਹਦੇ ਵਿੱਚ, ਦਿੱਲੀ ਵਿਧਾਨ ਸਭਾ ਵਿੱਚ ਤੇ ਲੋਕ ਸਭਾ ਦੇ ਵਿੱਚ ਜਿਹੜੀ ਇਲੈਕਸ਼ਨਾਂ ਦੀ ਆਪਾਂ ਹੁਣੇ ਗੱਲ ਕਰਕੇ ਆਏ ਸੀਗੇ। ਸੋ ਇਹ ਸੀ ਆਪਣਾ ਚੈਪਟਰ। ਹੋਪ ਸੋ ਤੁਹਾਨੂੰ ਚੈਪਟਰ ਵਧੀਆ ਲੱਗਿਆ ਹੋਊਗਾ, ਕੁਝ ਜਾਣਕਾਰੀ ਤਾਂ ਜ਼ਰੂਰ ਮਿਲੀ ਹੋਊਗੀ। ਜੇਕਰ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਸੀਗੀ ਤਾਂ ਤੁਸੀਂ ਲਾਈਕ ਦਾ ਜਿਹੜਾ ਬਟਨ ਹੈਗਾ ਉਹ ਤੁਸੀਂ ਜ਼ਰੂਰ ਪ੍ਰੈਸ ਕਰਨਾ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ। ਇੱਕ ਅੱਧੀ ਜਿਹੜੀ ਲਾਈਨ ਹੈਗੀ ਆ, ਕੋਈ ਇਮੋਜੀ ਜਾਂ ਫਿਰ ਕੁਝ ਵਰਡਸ ਜ਼ਰੂਰ ਲਿਖਿਓ ਕਮੈਂਟ ਸੈਕਸ਼ਨ ਦੇ ਵਿੱਚ, ਤਾਂ ਜੋ ਮੇਰਾ ਮੋਟੀਵੇਸ਼ਨ ਲੈਵਲ ਨਾ ਡਾਊਨ ਹੋਵੇ। ਐਂਡ ਹੋਪ ਸੋ ਮੈਂ ਸਿੰਪਲੀਫਾਈਡ ਤਰੀਕੇ ਨਾਲ ਕੋਸ਼ਿਸ਼ ਤਾਂ ਕਰ ਰਿਹਾ ਕਿ ਤੁਹਾਨੂੰ ਮੈਂ SST ਐਕਸਪਲੇਨ ਕਰਾਂ। ਬਾਕੀ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕਿੰਨਾ ਕੁ ਸਮਝ ਆ ਰਿਹਾ। ਸੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਅਗਲੇ 7 ਦਿਨਾਂ ਦੇ ਵਿੱਚ, ਅੱਜ ਸੀਗਾ 3rd ਡੇ ਐਂਡ ਤੀਸਰਾ ਲੈਸਨ ਸੀਗਾ, ਅਗਲੇ 10ਵੇਂ ਦਿਨ ਤੱਕ ਆਪਾਂ 10 ਚੈਪਟਰ ਕੰਪਲੀਟ ਕਰ ਦਾਂਗੇ। 8ਵੀਂ ਕਲਾਸ ਦੀ ਜਿਹੜੀ ਪੋਲਿਟੀ ਦੀ ਕਿਤਾਬ ਹੈਗੀ ਆ, ਪੋਲੀਟੀਕਲ ਸਾਇੰਸ ਦੀ, ਇਹਨੂੰ ਕੰਪਲੀਟ ਕਰ ਦੇਵਾਂਗੇ। ਐਂਡ ਹੌਲੀ ਹੌਲੀ ਜਿਓਗ੍ਰਾਫੀ ਐਂਡ ਤੁਹਾਡੀ ਜਿਹੜੀ ਹਿਸਟਰੀ ਹੈਗੀ ਆ, ਕੋਸ਼ਿਸ਼ ਕਰੂੰਗਾ ਕਿ ਇਹਨਾਂ ਨੂੰ ਵੀ ਕੰਪਲੀਟ ਕਰ ਦੇਵਾਂ। ਸੋ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।